ਬਹੁਤ ਧੰਨਵਾਦ ਤਰਵਿੰਦਰ ਜੀ। ਕਾਲਜ ਦੇ ਬਹੁਤ ਹੀ ਸੂਝਵਾਨ ਤੇ ਕਰਮਸ਼ੀਲ ਪ੍ਰਿੰਸੀਪਲ ਪ੍ਰੋਫੈਸਰ ਜੇ.ਵੀ. ਸਿੰਘ ਔਰ ਪੰਜਾਬੀ ਵਿਭਾਗ ਦੇ ਜਿੰਨੇ ਵੀ ਅਧਿਆਪਕ ਨੇ, ਮੇਰੇ ਤਾਂ ਬਹੁਤ ਹੀ ਸਨੇਹਸ਼ੀਲ ਵਿਦਿਆਰਥੀ ਰਹੇ ਨੇ। ਉਹਨਾਂ ਨੂੰ ਮੈਂ ਦੋਵਾਂ ਪੱਖਾਂ ਤੋਂ ਸੰਬੋਧਿਤ ਹੁੰਦਾ, ਮੇਰੇ ਉਹ ਸਨੇਹਸ਼ੀਲ ਵਿਦਿਆਰਥੀ ਤੇ ਕਾਲਜ ਦੇ ਮਾਣਯੋਗ ਅਧਿਆਪਕ, ਔਰ ਦੂਸਰੇ ਜਿਹੜੇ ਨਾਲ ਜੁੜੇ ਹੋਏ ਸਾਰੇ ਹੀ ਵਿਦਵਾਨ ਦੋਸਤਾਂ ਤੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਔਰ ਅੱਜ ਜਿਹੜਾ ਵੈਬੀਨਾਰ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ ਵੱਲੋਂ ਇਹ ਰੱਖਿਆ ਗਿਆ, ਇਸ ਦੇ ਵਿੱਚ ਅਸੀਂ ਦੇਖਿਆ ਕਿ ਹੁਣ ਮੇਰੇ ਤੋਂ ਪਹਿਲਾਂ ਤਰਨਜੀਤ ਹੋਰਾਂ ਨੇ ਤੇ ਮਾਨਯੋਗ ਪ੍ਰਿੰਸੀਪਲ ਸਾਹਿਬ ਨੇ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਉਹਨਾਂ ਦੀ ਸ਼ਖਸੀਅਤ ਬਾਰੇ ਔਰ ਉਹਨਾਂ ਦੇ ਸੰਦੇਸ਼ ਬਾਰੇ ਬਹੁਤ ਵੱਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ। ਔਰ ਖ਼ਾਸ ਤੌਰ ਤੇ ਮੇਰਾ ਕੰਮ ਆਸਾਨ ਹੋ ਗਿਆ ਹੈ ਕਿ ਗੁਰੂ ਤੇਗ ਬਹਾਦਰ ਜੀ, ਮੈਂ ਇਹ ਸਮਝਦਾ ਕਿ ਇੱਕ ਅਦੁੱਤੀ ਸ਼ਖਸੀਅਤ ਨੇ, ਔਰ ਅਦੁੱਤੀ ਸ਼ਖਸੀਅਤ ਉਹਨਾਂ ਦੇ ਜੀਵਨ ਤੋਂ ਵੀ ਝਲਕਦੀ ਹੈ, ਉਹਨਾਂ ਦੀ ਬਾਣੀ ਤੋਂ ਵੀ ਝਲਕਦੀ ਹੈ ਤੇ ਉਹਨਾਂ ਦੀ ਸ਼ਹਾਦਤ ਤੋਂ ਵੀ ਝਲਕਦੀ ਹੈ। ਔਰ ਕਮਾਲ ਦੀ ਗੱਲ ਤੁਸੀਂ ਦੇਖੋ ਕਿ ਵਿਅਕਤੀ ਜਿਹੜਾ ਨਾ, ਉਹਦੇ 'ਚ ਦੋਵੇਂ ਪੱਖ ਹੁੰਦੇ ਨੇ। ਉਹਦੇ ਵਿੱਚ ਉਹਦੀ ਇੱਕ ਵਿਲੱਖਣਤਾ ਵੀ ਹੁੰਦੀ ਹੈ ਤੇ ਇੱਕ ਨਿਰਵਿਸ਼ੇਸ਼ ਤੱਤ ਵੀ ਸਾਰਿਆਂ ਵਿੱਚ ਸਮਾਇਆ ਹੁੰਦਾ ਹੈ। ਮੈਂ ਗੁਰਬਾਣੀ ਦੀ ਗੁਰੂ ਅਮਰਦਾਸ ਜੀ ਦੀ ਬੜੀ ਖੂਬਸੂਰਤ ਇੱਕ ਪੰਕਤੀ ਹੈ ਬਾਣੀ ਦੀ ਕਿ ਮੇਰਾ ਪ੍ਰਭੂ ਸਾਚੈ ਇੱਕ ਖੇਲ ਰਚਾਇਆ, ਮੇਰਾ ਪ੍ਰਭੂ ਸਾਚੈ ਇੱਕ ਖੇਲ ਰਚਾਇਆ, ਕੋਈ ਨਾ ਕਿਸੀ ਜਿਹਾ ਉਪਾਇਆ। ਸਾਰੀ ਦੁਨੀਆ ਦੇ ਜਿੰਨੇ ਵੀ ਜੀਵ ਨੇ, ਵਿਅਕਤੀ ਨੇ, ਉਹ ਸਾਰੇ ਕੋਈ ਇੱਕ ਦੂਜੇ ਨਾਲ ਨਹੀਂ ਮਿਲਦਾ। ਇਹ ਸਾਡੀ ਅਦੁੱਤੀਪਨ ਦੀ ਔਰ ਵਿਲੱਖਣਤਾ ਦੀ ਨਿਸ਼ਾਨੀ ਹੈ। ਲੇਕਿਨ ਗੁਰਬਾਣੀ ਇਹ ਵੀ ਦੱਸਦੀ ਹੈ ਕਿ ਬੰਦੇ ਦੀ ਜ਼ਿੰਦਗੀ ਦੇ ਵਿੱਚ ਸਿਰਫ ਉਹਦੀਆਂ ਵਿਲੱਖਣਤਾਵਾਂ ਹੀ ਨਹੀਂ ਹੁੰਦੀਆਂ, ਬੰਦੇ ਦੇ ਅੰਦਰ ਕੁਛ ਤੱਤ ਐਸਾ ਹੈ, ਇੱਕ ਤੱਤ ਐਸਾ ਹੈ ਜੋ ਸਾਰਿਆਂ ਵਿੱਚ ਸਾਂਝਾ ਹੈ। ਉਹਦੇ ਬਾਰੇ ਗੁਰੂ ਨਾਨਕ ਦੇਵ ਜੀ ਦੀ ਮੈਨੂੰ ਪੰਕਤੀ ਯਾਦ ਆਉਂਦੀ ਹੈ ਕਿ ਸਭ ਮੈਂ ਜੋਤ, ਜੋਤ ਹੈ ਸੋਏ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਹੁਣ ਤੁਸੀਂ ਦੇਖੋ ਗੁਰੂ ਸਾਹਿਬਾਨ ਦੇ ਪ੍ਰਸੰਗ ਵਿੱਚ ਤਾਂ ਇਹ ਬਹੁਤ ਖੂਬਸੂਰਤ ਤੱਥ ਜਿਹੜਾ ਨਾ ਉਹ ਲਾਗੂ ਹੁੰਦਾ ਹੈ ਕਿ 10 ਗੁਰੂ ਸਾਹਿਬਾਨ ਨੇ, ਉਹਨਾਂ ਦੀ ਆਪੋ ਆਪਣੀ ਸ਼ਖਸੀਅਤ ਹੈ, ਉਹਨਾਂ ਦੇ ਜੀਵਨ ਦੇ ਹਾਲਾਤ ਨੇ, ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਇਤਿਹਾਸ ਦੀਆਂ ਘਟਨਾਵਾਂ ਨੇ। ਇਹ ਉਹਨਾਂ ਦਾ ਅਦੁੱਤੀਪਨ ਹੈ, ਔਰ ਅਦੁੱਤੀਪਨ ਦਾ ਸੰਬੰਧ ਜਿਹੜਾ ਨਾ ਇਤਿਹਾਸ ਨਾਲ ਹੁੰਦਾ ਹੈ। ਲੇਕਿਨ ਇੱਕ ਜੋਤ ਨੇ ਸਾਰੇ ਗੁਰੂ, ਉਹਨਾਂ ਨੂੰ ਅਸੀਂ ਇੱਕ ਜੋਤ ਮੰਨਦੇ ਹਾਂ ਤੇ ਜੋਤ ਦਾ ਮਤਲਬ ਇਹਦੇ 'ਚ ਇੱਕ ਪ੍ਰਤੀਕਾਤਮਕ ਅਰਥ ਹੈ। ਜੋਤ ਦਾ ਮਤਲਬ ਹੈ ਉਹ ਇੱਕ ਵਿਚਾਰਧਾਰਾ, ਉਹ ਸਿਧਾਂਤ ਜਿਹੜਾ 10 ਗੁਰੂ ਸਾਹਿਬਾਨ ਨੂੰ ਵਿਚਾਰਧਾਰਕ ਏਕਤਾ ਦੇ ਸੂਤਰ ਵਿੱਚ ਪਰੋ ਦਿੰਦਾ। ਤੇ ਮੈਨੂੰ ਲੱਗਦਾ ਹੈ ਕਿ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਔਰ ਉਹਦੇ ਅੰਦਰ ਸ਼ਾਮਲ ਭਗਤਾਂ ਦੀ ਬਾਣੀ ਨੂੰ ਤੇ ਗੁਰੂ ਸਾਹਿਬਾਨ ਦੀ ਬਾਣੀ ਨੂੰ, ਇਹਨਾਂ ਸਾਰਿਆਂ ਦੇ ਵਿੱਚ ਜਿਹੜੀ ਵਿਚਾਰਧਾਰਾ ਦੀ ਸਾਂਝ ਹੈ, ਗੁਰੂ ਅਰਜਨ ਦੇਵ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ ਸੀ ਤਾਂ ਉਹਨਾਂ ਦੇ ਕੋਲ ਕਸਵੱਟੀ ਇਹੋ ਸੀ ਕਿ ਉਹਨਾਂ ਨੇ ਮਨੁੱਖੀ ਜ਼ਿੰਦਗੀ ਨੂੰ ਅਗਵਾਈ ਦੇਣ ਵਾਲਾ ਗਿਆਨ ਦਾ ਇੱਕ ਪ੍ਰਵਚਨ ਉਹ ਇਕੱਠਾ ਕਰਨਾ ਹੈ, ਔਰ ਉਹ ਆਪਣੇ ਸਮੇਂ ਦੇ, ਬਲਕਿ ਮੈਂ ਸਮਝਦਾ ਕਿ 5 ਸਦੀਆਂ ਦੇ ਵਿੱਚ ਫੈਲੇ ਹੋਏ ਪ੍ਰਵਚਨ ਨੂੰ ਉਹਨਾਂ ਨੇ ਸਾਂਭਿਆ। 12ਵੀਂ ਸਦੀ ਤੋਂ ਲੈ ਕੇ 17ਵੀਂ ਸਦੀ ਤੱਕ ਦੇ ਉਹਨਾਂ ਮਹਾਂਪੁਰਖਾਂ
ਸੰਤਾਂ ਭਗਤਾਂ ਤੇ ਗੁਰੂ ਵਿਅਕਤੀਆਂ ਦੀ ਬਾਣੀ ਨੂੰ ਉਹਨਾਂ ਨੇ ਸੰਕਲਿਤ ਕਰਕੇ ਇੱਕ ਆਦਿ ਗ੍ਰੰਥ ਦਾ ਰੂਪ ਦਿੱਤਾ। ਪੋਥੀ ਸਾਹਿਬ ਵੀ ਉਹਨਾਂ ਨੂੰ ਕਿਹਾ ਗਿਆ ਤੇ ਮਗਰੋਂ 10ਵੇਂ ਪਾਤਸ਼ਾਹ ਨੇ ਉਸ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਦਾ ਰੁਤਬਾ ਦਿੱਤਾ। ਔਰ ਮੈਂ ਜਿਹੜਾ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਇਹ ਵਰ੍ਹਾ ਚੱਲ ਰਿਹਾ ਹੈ ਉਹ 400 ਸਾਲਾ ਪ੍ਰਕਾਸ਼ ਉਤਸਵ ਹੈ। ਅਸੀਂ ਗੁਰੂ ਤੇਗ ਬਹਾਦਰ ਜੀ ਦੀ ਵਿਲੱਖਣਤਾ ਦੇ ਸਾਰੇ ਪੱਖਾਂ ਦੀ ਗੱਲ ਥੋੜ੍ਹੀ ਥੋੜ੍ਹੀ ਕਰਦੇ ਹੋਏ ਕੇਂਦਰ ਵਿੱਚ ਮੈਂ ਇਹ ਰੱਖਣਾ ਚਾਹੁੰਦਾ, ਉਹ ਹੈ ਉਹਨਾਂ ਦਾ ਦਾਰਸ਼ਨਿਕ ਚਿੰਤਨ, ਫਿਲੋਸੋਫੀਕਲ ਜਿਹੜਾ ਇੱਕ ਵਰਲਡ ਆਊਟਲੁੱਕ ਹੈ। ਉਹ ਇਸ ਕਰਕੇ ਮੈਂ ਜ਼ਰੂਰੀ ਸਮਝਦਾ ਹਾਂ ਕਿ ਜਦੋਂ ਅਸੀਂ ਆਪਣੇ ਪੁਰਖਿਆਂ ਦੀ ਰਚਨਾ, ਉਹਨਾਂ ਦੇ ਸੰਦੇਸ਼, ਉਹਨਾਂ ਦੇ ਕਾਰਨਾਮਿਆਂ ਦੇ ਨਾਲ ਆਪਣਾ ਰਿਸ਼ਤਾ ਜੋੜਦੇ ਹਾਂ ਤਾਂ ਸਾਡਾ ਮੰਤਵ ਕੀ ਹੁੰਦਾ ਹੈ? ਸਾਡਾ ਮੰਤਵ ਉਹਨਾਂ ਦਾ ਜਿਹੜਾ ਗੌਰਵਗਾਨ ਕਰਨਾ ਨਹੀਂ ਹੈਗਾ। ਗੌਰਵ ਤਾਂ ਸਾਡੇ ਮਨ 'ਚ ਉਹਨਾਂ ਦੇ ਲਈ ਹਮੇਸ਼ਾ ਹੀ ਇੱਕ ਇੱਜ਼ਤ ਰਹਿੰਦੀ ਹੈ, ਲੇਕਿਨ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਉਹਨਾਂ ਦੇ ਜੀਵਨ ਸੰਦੇਸ਼ ਤੋਂ, ਉਹਨਾਂ ਦੇ ਚਿੰਤਨ ਤੋਂ ਅਸੀਂ ਕੀ ਗ੍ਰਹਿਣ ਕਰ ਸਕਦੇ ਹਾਂ। ਮਸਲਾ ਤਾਂ ਸਾਡਾ ਆਪਣੀ ਜ਼ਿੰਦਗੀ ਨੂੰ ਦਿਸ਼ਾ ਦੇਣ ਦਾ ਹੈ, ਜਿਹੜੀ ਕਿ ਬੰਦੇ ਨੂੰ ਹਮੇਸ਼ਾ ਕਦਮ ਕਦਮ ਤੇ ਲੋੜ ਹੁੰਦੀ ਹੈ। ਔਰ ਖ਼ਾਸ ਤੌਰ ਤੇ ਅੱਜ ਦੇ ਪ੍ਰਸੰਗ ਵਿੱਚ ਜੇ ਮੈਂ ਦੇਖਿਆ, ਮੈਂ ਤਾਂ ਕੋਈ ਤਕਰੀਬਨ 50-55 ਸਾਲ ਤੋਂ ਗੁਰਬਾਣੀ ਦੇ ਅਧਿਐਨ ਨਾਲ ਜੁੜਿਆ ਹੋਇਆ ਹੈ ਤੇ ਮੈਨੂੰ ਲੱਗਿਆ ਹੈ ਕਿ ਅਸੀਂ ਗੁਰਬਾਣੀ ਦੇ ਨਾਲ ਜਿਹੜਾ ਰਿਸ਼ਤਾ ਉਹ ਨਹੀਂ ਜੋੜਿਆ ਜਿਹੜੇ ਗੁਰੂ ਸਾਹਿਬਾਨ ਨੇ ਸਾਨੂੰ ਆਖਿਆ ਸੀ। ਅਸੀਂ ਗੁਰਬਾਣੀ ਦੀ, ਗੁਰੂ ਗ੍ਰੰਥ ਸਾਹਿਬ ਦੀ ਬਹੁਤ ਇੱਜ਼ਤ ਕਰਦੇ ਹਾਂ, ਨਤਮਸਤਕ ਹੁੰਦੇ ਹਾਂ, ਗੌਰਵਗਾਨ ਕਰਦੇ ਹਾਂ, ਪਰ ਪੜ੍ਹਦੇ ਨਹੀਂ। ਗੁਰੂ ਸਾਹਿਬ ਨੇ, ਗੁਰੂ ਨਾਨਕ ਦੇਵ ਜੀ ਨੇ ਤਾਂ ਕਿਹਾ ਸੀ ਕਿ ਪੜ੍ਹਿਆ ਨਹੀਂ ਭੇਦ ਬੁੱਝਿਆ ਪਾਵਣਾ। ਅਸੀਂ ਤਾਂ ਪੜ੍ਹਦੇ ਵੀ ਨਹੀਂ ਤੇ ਬੁੱਝਣਾ ਤਾਂ ਦੂਰ ਦੀ ਗੱਲ ਹੈ। ਗੁਰਬਾਣੀ ਜਿਹੜੀ ਹੈ ਉਹ ਗਿਆਨ ਦਾ ਪ੍ਰਵਚਨ ਹੈ ਤੇ ਗਿਆਨ ਦੇ ਵਾਸਤੇ ਉਹਦੇ ਨਾਲ ਇੱਕ ਸ਼ਿਸ਼ ਦਾ ਰਿਸ਼ਤਾ, ਇੱਕ ਸਿੱਖ ਦਾ ਰਿਸ਼ਤਾ ਜੋੜਨਾ ਬਣਦਾ। ਸਿੱਖ ਤਾਂ ਹੈ ਹੀ ਸਿੱਖਣ ਵਾਲਾ। ਸਿੱਖੀ, ਸਿੱਖਿਆ, ਗੁਰ ਵਿਚਾਰ ਨੂੰ ਗ੍ਰਹਿਣ ਕਰਨਾ, ਇਹੀ ਤਾਂ ਸਿੱਖੀ ਹੈ। ਤੇ ਗੁਰ ਵਿਚਾਰ ਤਾਂ ਗੁਰਬਾਣੀ ਦੇ ਰੂਪ ਵਿੱਚ ਬਹੁਤ ਕੁਛ ਹੈ। ਤੇ ਇਸ ਪ੍ਰਸੰਗ ਦੇ ਵਿੱਚ ਮੈਂ ਤੁਹਾਡੇ ਨਾਲ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਬਾਣੀ ਹੈ, ਸਭ ਤੋਂ ਪਹਿਲਾਂ ਤਾਂ ਬਾਣੀ ਦੀ ਗੱਲ ਕਰਾਂਗਾ ਕਿ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਇੱਕ ਪੱਖ ਤਾਂ ਅਦੁੱਤੀ ਹੈ। ਉਹ ਅਦੁੱਤੀਪਨ ਉਹਨਾਂ ਦੀ ਵਿਅਕਤੀਗਤ ਜ਼ਿੰਦਗੀ ਤੋਂ ਨਾਲ ਜੁੜਿਆ ਹੋਇਆ ਹੈ। ਹੁਣੇ ਸਾਨੂੰ ਪ੍ਰਿੰਸੀਪਲ ਸਾਹਿਬ ਨੇ ਤੇ ਤਰਨਜੀਤ ਨੇ ਸਾਨੂੰ ਦੱਸਿਆ ਸੀ ਕਿ ਗੁਰੂ ਤੇਗ ਬਹਾਦਰ ਦੀ ਇੱਕ ਟਰਾਂਸਫਰਮੇਸ਼ਨ ਹੁੰਦੀ ਹੈ ਜ਼ਿੰਦਗੀ ਵਿੱਚ। ਉਹ ਟਰਾਂਸਫਰਮੇਸ਼ਨ ਜਿਹੜੀ ਹੈ ਉਹ ਤਿਆਗਮਲ ਤੋਂ ਤੇਗ ਬਹਾਦਰ ਤੱਕ ਦੀ ਹੈ। ਕਿਆ ਕਮਾਲ ਦੀ ਇੱਕ ਡਰਾਸਟਿਕ ਚੇਂਜ ਹੈ। ਗੁਰੂ ਤੇਗ ਬਹਾਦਰ ਜੀ ਦੇ ਪਿਤਾ ਗੁਰੂ ਹਰਗੋਬਿੰਦ ਜੀ ਨੇ ਆਪਣੇ ਇਸ ਪੁੱਤਰ ਦਾ ਨਾਮ ਉਹਨਾਂ ਦੀਆਂ ਮਾਨਸਿਕ ਬਿਰਤੀਆਂ ਨੂੰ ਦੇਖਦੇ ਹੋਏ ਤਿਆਗਮਲ ਰੱਖ ਦਿੱਤਾ ਕਿ ਇਹ ਬੱਚਾ ਕੋਈ ਤਿਆਗੀ ਬਿਰਤੀ ਵਾਲਾ ਪੈਂਦਾ ਹੈ। ਔਰ ਬੱਚੇ ਦੇ ਅੰਦਰ ਉਹਨਾਂ ਨੂੰ ਇਹ ਲੱਗਿਆ ਕਿ ਇਹ ਬੱਚਾ ਜਿਹੜਾ ਦੁਨੀਆ ਨਾਲ ਤਾਂ ਕੋਈ ਸਰੋਕਾਰ ਰੱਖਦਾ ਹੀ ਨਹੀਂ, ਤਿਆਗੀ ਬਿਰਤੀਆਂ ਵਾਲਾ ਹੈ, ਤਿਆਗਮਲ ਰੱਖ ਦਿੱਤਾ। ਲੇਕਿਨ ਹੋਇਆ ਕੀ, ਅਸੀਂ ਸਾਰੇ ਜਾਣਦੇ ਹਾਂ ਕਿ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਜਦੋਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਜਿਹੜੀ ਹੈ ਨਾ, ਉਸ ਤੋਂ ਬਾਅਦ ਸਿੱਖ ਚਿੰਤਨ ਦੇ ਵਿੱਚ ਇੱਕ ਨਵਾਂ ਮੋੜ ਆਉਂਦਾ, ਇੱਕ ਟਰਾਂਸਫਰਮੇਸ਼ਨ ਵਾਪਰਦੀ ਹੈ। ਗੁਰੂ ਹਰਗੋਬਿੰਦ ਜੀ ਦੇ ਰੂਪ ਵਿੱਚ ਉਹਨਾਂ ਨੇ ਦੋ ਜਿਹੜੀਆਂ ਤਲਵਾਰਾਂ ਜਿਹੜੀਆਂ ਨੇ ਔਰ ਮੀਰੀ ਪੀਰੀ ਦੀ ਧਾਰਨ ਕੀਤੀ, ਤੇ ਉਹ ਟਰਾਂਸਫਰਮੇਸ਼ਨ ਹੈ। ਔਰ ਉਸ ਸਮੇਂ ਤੋਂ ਬਾਅਦ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਨਾ ਕਿ ਬਾਬੇ ਕੇ ਬਾਬਰ ਕੇ ਦੋ, ਜੋ ਕਰੇ ਪਰਮੇਸ਼ਰ ਸੋ। ਸੰਘਰਸ਼ ਤਾਂ ਗੁਰੂ ਨਾਨਕ ਦੇ ਵੇਲੇ ਤੋਂ ਬਾਬਰਕਿਆਂ ਨਾਲ ਤੇ ਬਾਬਿਆਂ ਦੇ ਵਿਚਕਾਰ ਜਿਹੜਾ ਚੱਲ ਰਿਹਾ ਸੀ, ਤੇ ਗੁਰੂ ਹਰਗੋਬਿੰਦ ਜੀ ਦੇ ਵੇਲੇ ਵੀ ਜਿਹੜਾ ਮੁਗਲਾਂ ਨੇ ਜਦੋਂ ਹਮਲਾ ਕੀਤਾ ਗੁਰੂ
ਔਰ ਉਸ ਹਮਲੇ ਦੇ ਵਿੱਚ ਗੁਰੂ ਤੇਗ ਬਹਾਦਰ 13-14 ਸਾਲ ਦੀ ਉਮਰ ਦੇ ਵਿੱਚ ਤੇ ਉਹਨਾਂ ਨੇ ਤਲਵਾਰਬਾਜ਼ੀ ਦੇ ਜੌਹਰ ਦਿਖਾਏ ਤੇ ਉਹਨਾਂ ਦੇ ਗੁਰੂ ਪਿਤਾ ਨੇ ਉਹਨਾਂ ਨੇ ਕਿਹਾ ਵੀ ਇਹ ਤਾਂ ਤੇਗ ਬਹਾਦਰ ਨੇ। ਇਹ ਇੱਕ ਮੈਨੂੰ ਲੱਗਿਆ ਕਿ ਤੁਸੀਂ ਦੇਖੋ ਉਹਨਾਂ ਦੀ ਸ਼ਖਸੀਅਤ ਦੇ ਵਿੱਚ ਇੱਕ ਅਦੁੱਤੀ ਪਰਿਵਰਤਨ ਵਾਪਰਦਾ, ਲੇਕਿਨ ਫਿਰ ਵੀ ਉਹਨਾਂ ਦੀ ਬਾਣੀ ਦੇ ਵਿੱਚ ਇਹ ਜਿਹੜਾ ਪੱਖ ਹੈ ਇਹ ਹੋਰ ਤਰ੍ਹਾਂ ਪੇਸ਼ ਹੁੰਦਾ ਹੈ। ਉਹਨਾਂ ਦੀ ਬਾਣੀ ਦਾ ਮੁੱਖ ਸਵਰ ਜਿਹਨੂੰ ਅਸੀਂ ਉਹਨਾਂ ਦੀ ਅਦੁੱਤੀਪਨ ਕਹਿੰਦੇ, ਉਹ ਵੈਰਾਗ ਹੀ ਰਹਿੰਦਾ ਹੈ। ਵੈਰਾਗ ਜਿਹੜਾ ਨਾ ਇਹ ਸਧਾਰਨ ਨਹੀਂ ਹੈਗਾ, ਔਰ ਸਿੱਖ ਚਿੰਤਨ ਦੇ ਵਿੱਚ ਵੈਰਾਗ ਦਾ ਕੀ ਅਰਥ ਹੈ, ਇਹ ਸਾਡੀ ਪ੍ਰੋਬਲਮ ਹੈ। ਇਹ ਮਸਲੇ ਦਾਰਸ਼ਨਿਕਤਾ ਦੇ ਨੇ। ਮੈਂ ਇਸੇ ਕਰਕੇ ਅੱਜ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਨ ਜਾ ਰਹੇ ਹਾਂ ਉਹਦਾ ਕੇਂਦਰ ਬਿੰਦੂ ਦਾਰਸ਼ਨਿਕ ਚਿੰਤਨ ਦੇ ਨਾਲ ਹੈ। ਦੇਖੋ, ਮਨੁੱਖ ਨੇ ਇਸ ਧਰਤੀ ਦੇ ਉੱਪਰ ਆ ਕੇ ਗਿਆਨ ਦੇ ਦੋ ਮਹਾਪ੍ਰਬੰਧਾਂ ਦੀ ਰਚਨਾ ਕੀਤੀ ਹੈ। ਇੱਕ ਹੈ ਵਿਗਿਆਨ ਤੇ ਟੈਕਨੋਲੋਜੀ ਤੇ ਦੂਸਰਾ ਹੈ ਧਰਮ ਤੇ ਦਰਸ਼ਨ। ਅਸੀਂ ਅੱਜ ਸਾਡੀ ਪ੍ਰੋਬਲਮ ਕੀ ਹੈ, ਸਾਡਾ ਸੰਕਟ ਕੀ ਹੈ? ਸੰਕਟ ਸਾਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ, ਸਾਡੇ ਸਾਹਮਣੇ ਹੈ ਕਿ ਅਸੀਂ ਆਪਣੀਆਂ ਜੜ੍ਹਾਂ ਤੋਂ ਉਖੜੇ ਫਿਰਦੇ ਹਾਂ, ਆਪਣੇ ਆਪ ਤੋਂ ਟੁੱਟੇ ਫਿਰਦੇ ਹਾਂ। ਤੇ ਉਸ ਜਿਹੜੀ ਬੰਦੇ ਦੇ ਅੰਦਰ ਇੱਕ ਡਿਸਇੰਟੈਗ੍ਰੇਸ਼ਨ ਹੈ, ਇਹ ਫਿਲਾਸਫੀ ਦੀ ਤੇ ਧਰਮ ਦੀ ਘਾਟ ਕਰਕੇ ਹੈ ਕਿ ਸਾਡਾ ਬਹੁਤਾ ਜ਼ੋਰ ਗਿਆਨ ਦੇ ਸਿਰਫ ਵਿਗਿਆਨ ਤੇ ਟੈਕਨੋਲੋਜੀ ਵਾਲੇ ਪੱਖ ਦੇ ਨਾਲ ਜੁੜਿਆ ਰਿਹਾ। ਵਿਗਿਆਨ ਤੇ ਟੈਕਨੋਲੋਜੀ ਮਾੜੀ ਨਹੀਂ, ਵਿਗਿਆਨ ਤੇ ਟੈਕਨੋਲੋਜੀ ਸਾਨੂੰ ਭੌਤਿਕ ਸ਼ਕਤੀ ਪ੍ਰਦਾਨ ਕਰਦੀ ਹੈ ਇਸ ਸ੍ਰਿਸ਼ਟੀ ਦੇ ਵਿੱਚ ਸਾਡੀਆਂ ਲੋੜਾਂ ਨੂੰ ਪੂਰਾ ਕਰਨ ਦੇ ਵਿੱਚ, ਔਰ ਸਾਨੂੰ ਇੱਕ ਸ਼ਕਤੀ ਦੇਣ ਦੇ ਵਿੱਚ ਉਹਦਾ ਇੱਕ ਯੋਗਦਾਨ ਹੈ। ਉਹ ਸਾਡੇ ਅੰਦਰ ਇੱਕ ਐਨਰਜੀ ਹੈ, ਉਹ ਗਿਆਨ ਦੀ ਐਨਰਜੀ ਹੈ ਕਿ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਉਹਨਾਂ ਦੇ ਮੁਤਾਬਕ ਮਨੁੱਖ ਦੇ ਭਲੇ ਲਈ ਅਸੀਂ ਕੀ ਵੱਧ ਤੋਂ ਵੱਧ ਕਰ ਸਕਦੇ ਹਾਂ। ਲੇਕਿਨ ਕੀ ਸਿਰਫ ਕੁਦਰਤ ਨੂੰ ਐਕਸਪਲੋਇਟ ਕਰਕੇ ਅਸੀਂ ਵੱਧ ਤੋਂ ਵੱਧ ਦੌਲਤ ਪੈਦਾ ਕਰਕੇ ਜ਼ਿੰਦਗੀ ਜਿਉ ਲਵਾਂਗੇ? ਇੱਥੇ ਗੁਰਬਾਣੀ ਔਰ ਸਾਡਾ ਭਾਰਤੀ ਦਰਸ਼ਨ ਇੱਥੇ ਇਹਦੇ ਵਿੱਚ ਪ੍ਰਵੇਸ਼ ਕਰਦਾ ਹੈ ਕਿ ਗੁਰਬਾਣੀ ਜਿਹੜੀ ਹੈ ਉਹ ਸਾਨੂੰ ਉਹ ਅੰਤਰਦ੍ਰਿਸ਼ਟੀ ਦਿੰਦੀ ਹੈ, ਉਹ ਗਿਆਨ ਦਾ ਇੱਕ ਐਸਾ ਇੱਕ ਸਰੋਤ ਦਿੰਦੀ ਹੈ ਜਿਹੜਾ ਸਾਨੂੰ ਆਪਣੇ ਆਪ ਨਾਲ, ਆਪਣੇ ਸਮਾਜ ਨਾਲ ਤੇ ਇਸ ਪੂਰੇ ਬ੍ਰਹਿਮੰਡ ਦੇ ਨਾਲ ਇੱਕ ਸੁਰ ਹੋ ਕੇ ਔਰ ਗਿਆਨ ਦਾ ਰਿਸ਼ਤਾ ਜੋੜ ਕੇ ਚੇਤਨਤਾ ਦੇ ਵਿੱਚ ਜਿਉਣ ਦੀ ਸੋਝੀ ਪ੍ਰਦਾਨ ਕਰਦਾ। ਹੁਣ ਇਹ ਗੱਲ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਤੋਂ ਮੈਂ ਸ਼ੁਰੂ ਕਰਨਾ ਚਾਹੁੰਦਾ। ਗੁਰੂ ਤੇਗ ਬਹਾਦਰ ਜੀ ਜਿਹੜੇ ਨੇ ਉਹ ਭਾਰਤੀ ਦਰਸ਼ਨ ਤੇ ਗੁਰਬਾਣੀ, ਇਸ ਗਿਆਨ ਨੂੰ ਗੁਰਬਾਣੀ ਨੇ ਤੇ ਸਾਡੇ ਰਿਸ਼ੀਆਂ, ਜਿਹੜੀ ਸਪਤ ਸਿੰਧੂ ਦੀ ਸਾਡੀ ਸਭਿਅਤਾ ਨਾ, ਇਹ ਇੱਕ ਨਿਰੰਤਰ ਧਾਰਾ ਦੇ ਵਿੱਚ ਆਉਂਦੀ ਹੈ। ਜਿਹੜਾ ਸਾਨੂੰ ਦਾਰਸ਼ਨਿਕ ਚਿੰਤਨ ਦੀ ਧਾਰਾ ਮਿਲੀ ਹੈ ਨਾ, ਮੈਨੂੰ ਤਾਂ ਲੱਗਦਾ ਕਿ ਗੁਰੂ ਸਾਹਿਬਾਨ ਦਾ ਜਿਹੜਾ ਪ੍ਰਵਚਨ ਹੈ ਉਹਦੀ ਸਿਖਰ ਹੈ। ਔਰ ਸਿਖਰ ਤੁਸੀਂ ਦੇਖੋ, ਮਸਲੇ ਦੇਖੋ ਕਿ ਗੁਰੂ ਸਾਹਿਬਾਨ ਨੇ ਔਰ ਗੁਰੂ ਤੇਗ ਬਹਾਦਰ ਜੀ ਨੇ ਵੀ ਆਪਣੀ ਬਾਣੀ ਦੇ ਵਿੱਚ ਦਾਰਸ਼ਨਿਕਤਾ ਨਾਲ ਤਿੰਨ ਪੱਖਾਂ ਤੋਂ ਗੱਲ ਕੀਤੀ ਹੈ। ਪਹਿਲਾ ਪੱਖ ਹੈਗਾ ਬ੍ਰਹਿਮੰਡ ਦਾ, ਜਿਹਨੂੰ ਕਹਿ ਸਕਦੇ ਕਾਸਮਿਕ ਡਾਇਮੈਂਸ਼ਨ। ਦਾਰਸ਼ਨਿਕ, ਉਹਨਾਂ ਦੇ ਦਾਰਸ਼ਨਿਕ ਵਿਚਾਰਾਂ ਦੀ ਇੱਕ ਉਹ ਜਿਹੜੀ ਜਿਹੜੀ ਉਹਦੀ ਸਿਖਰ, ਜਿਹੜੀ ਇਸ ਬ੍ਰਹਿਮੰਡ ਦੇ ਰੂਪ ਰੇਖਾ, ਸ੍ਰਿਸ਼ਟੀ ਰਚਨਾ, ਇਸ ਸਾਰੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ। ਸਾਡੇ ਜਿਹੜੀ ਫਿਲਾਸਫੀ ਉਹ ਹੁੰਦੀ ਹੈ ਕਿ ਜਿਹੜੀ ਇੱਕ ਮਹਾਕਥਾ ਬਣਦੀ ਹੈ। ਫਿਲਾਸਫੀ ਦਾ ਸਿਧਾਂਤ ਹੁੰਦਾ ਹੈ ਕਿ ਦੁਨੀਆ ਕੀ ਹੈ, ਮੈਂ ਕੀ ਹਾਂ, ਇਹ ਸੰਸਾਰ ਕੀ ਹੈ, ਇਹਦੀ ਇੱਕ ਮਹਾਕਥਾ ਹੈ। ਇਹ ਫਿਲਾਸਫੀ ਦਿੰਦੀ ਹੈ ਸਾਨੂੰ। ਤੇ ਗੁਰਬਾਣੀ ਦੇਖੋ ਕਿਵੇਂ ਦਿੰਦੀ ਹੈ। ਗੁਰੂ ਤੇਗ ਬਹਾਦਰ ਜੀ ਦੀ ਇੱਕ ਜਿਹੜੀ ਉਹਨਾਂ ਦਾ ਇੱਕ ਸ਼ਬਦ ਹੈ, ਇੱਕ ਸ਼ਬਦ ਦੇ ਵਿੱਚ ਉਹਨਾਂ ਨੇ ਜਿਹੜੀ ਇਸ ਮਹਾਕਥਾ ਦਾਰਸ਼ਨਿਕ ਚਿੰਤਨ ਦੀ ਜਿਹੜੀ ਧਾਰਾ ਹੈ ਉਹਦੇ ਵਿੱਚੋਂ ਕਿਸ ਤਰ੍ਹਾਂ ਖੂਬਸੂਰਤੀ ਨਾਲ ਉਹ ਬਿਲਡ ਕਰਦੇ ਨੇ ਕਿ ਸਾਧੂ ਰਚਨਾ ਰਾਮ ਬਣਾਈ। ਸਾਧੂ ਇੱਕ ਸੰਬੋਧਨ ਹੈ,
ਸਾਧੂ ਦਾ ਮਤਲਬ ਹੈ ਕਿ ਉਹ ਬੰਦੇ ਜਿਹੜੇ ਗਿਆਨ ਦੇ ਵਿੱਚ ਆਪਣੀ ਯਾਤਰਾ ਕਰ ਰਹੇ ਨੇ ਤੇ ਉਹਦੇ ਚ ਪਰਪੱਕਤਾ ਹਾਸਲ ਕਰ ਰਹੇ ਨੇ। ਉਹਨਾਂ ਬੰਦਿਆਂ ਨੂੰ, ਉਹਨਾਂ ਸੱਚ ਦੇ ਮਾਰਗ ਦੇ ਅਨੁਗਾਮੀਆਂ ਨੂੰ ਸੰਬੋਧਨ ਕਰਦੇ ਨੇ ਕਿ ਸਾਧੂ ਰਚਨਾ ਰਾਮ ਬਣਾਈ। ਕਿ ਰਾਮ ਨੇ ਰਚਨਾ ਤਾਂ ਬਣਾਈ ਹੈ, ਪਰ ਇਹ ਬੜੀ ਅਜੀਬ ਹੈ, ਉਹ ਅਚਰਜ ਹੈ। ਉਹ ਕਹਿੰਦੇ ਨੇ ਕਿ ਇੱਕ ਬਿਨਸ ਹੈ, ਇੱਕ ਅਸਥਿਰ ਮਨ ਹੈ, ਅਚਰਜ ਲਖਿਓ ਨਾ ਜਾਏ। ਇਹ ਸ੍ਰਿਸ਼ਟੀ ਕਮਾਲ ਦੀ ਹੈ। ਕਹਿੰਦੇ ਨੇ ਕਿ ਇਹਦੇ ਵਿੱਚ ਇੱਕ ਪੱਖ ਹੈ ਜਿਹੜਾ ਬਿਨਸ ਜਾਂਦਾ ਤੇ ਦੂਸਰਾ ਅਸਥਿਰ ਰਹਿੰਦਾ। ਯਾਨੀ ਇੱਕੋ ਸ੍ਰਿਸ਼ਟੀ ਦੇ ਅੰਦਰ ਸਾਡੀ ਜ਼ਿੰਦਗੀ ਜਿਹਦੇ ਵਿੱਚ ਅਸੀਂ ਦੇਖ ਰਹੇ ਹਾਂ, ਅਸੀਂ ਸਾਡੀ ਸੋਚ ਹੀ ਨਹੀਂ, ਸਾਡੇ ਇਹਨਾਂ ਮਸਲਿਆਂ ਨੂੰ ਅਸੀਂ ਵਿਚਾਰਦੇ ਨਹੀਂ, ਪਰ ਜੇ ਵਿਚਾਰਾਂਗੇ ਸਾਡੀ ਦ੍ਰਿਸ਼ਟੀ ਬਦਲ ਜਾਏਗੀ, ਸੰਸਾਰ ਦੇ ਪ੍ਰਤੀ ਸਾਡਾ ਦੇਖਣ ਦਾ ਨਜ਼ਰੀਆ ਬਦਲ ਜਾਏਗਾ। ਤੇ ਗੁਰੂ ਸਾਹਿਬ ਇਹੀ ਕਰ ਰਹੇ ਨੇ। ਉਹ ਕਹਿੰਦੇ ਨੇ ਦੇਖੋ ਸੰਸਾਰ ਨੂੰ ਤੁਸੀਂ ਦੇਖੋ, ਇੱਕ ਚੀਜ਼ ਹੈ ਜਿਹੜੀ ਚੇਂਜੇਬਲ ਹੈ, ਇੱਕ ਮਤਲਬ ਹੈ ਕਿ ਬਦਲ ਨਹੀਂ, ਪਲ ਪਲ ਬਦਲ ਰਹੀ ਹੈ, ਤੇ ਇੱਕ ਹੈ ਜਿਹੜੀ ਹਮੇਸ਼ਾ ਰਹਿੰਦੀ ਹੈ ਨਾਲ ਨਾਲ। ਪਰਮ ਸੱਚ ਵੀ ਇੱਥੇ ਹੀ ਹੈ ਤੇ ਪਰਿਵਰਤਨ ਵੀ ਇਹਦੇ ਵਿੱਚ ਹੈ। ਇੱਕ ਵਿਨਾਸ਼ੀਲ ਹੈ ਤੇ ਇੱਕ ਅਵਿਨਾਸ਼ੀ, ਇਹ ਦੋਵੇਂ ਤੱਤ ਨੇ। ਕਿ ਇਹ ਅਚਰਜ ਦੀ ਗੱਲ ਕਹਿੰਦੇ ਇਹ ਹੈ ਕਿ ਜਿਹੜੀ ਰਚਨਾ ਰਾਮ ਨੇ ਬਣਾਈ ਹੈ, ਰਾਮ ਇੱਥੇ ਨਿਰਗੁਣ ਨਿਰਾਕਾਰ ਬ੍ਰਹਮ ਦਾ ਪ੍ਰਤੀਕ ਹੈ। ਔਰ ਉਸ ਪ੍ਰਭੂ ਨੇ ਸ੍ਰਿਸ਼ਟੀ ਕੈਸੀ ਬਣਾਈ ਹੈ ਤੇ ਉਸ ਦੇ ਵਿੱਚ ਰਹਿਣ ਵਾਲੇ ਬੰਦੇ ਦੀ ਸਮੱਸਿਆ ਦੇਖੋ ਤੁਸੀਂ ਕੀ ਕਹਿੰਦੇ ਨੇ ਕਿ ਕਾਮ ਕ੍ਰੋਧ ਮੋਹ ਬਸ ਪ੍ਰਾਣੀ। ਪ੍ਰਾਣੀ ਕੀ ਹੈ? ਤੁਹਾਨੂੰ ਦੱਸਿਆ ਨਾ ਵੀ ਸਾਡੇ ਦਾਰਸ਼ਨਿਕ ਚਿੰਤਨ ਦੇ 3 ਧੁਰੇ ਨੇ। ਇੱਕ ਉਹਦਾ ਬ੍ਰਹਮੰਡੀ ਧੁਰਾ ਹੈ, ਇੱਕ ਉਹਦਾ ਮਾਨਵੀ ਧੁਰਾ ਹੈ ਤੇ ਇੱਕ ਉਹਦਾ ਸਮਾਜਿਕ ਧੁਰਾ ਹੈ। ਕਾਸਮੋਲੋਜੀ ਹੈ, ਐਂਥਰੋਪੋਲੋਜੀ ਹੈ ਤੇ ਸੋਸ਼ੀਓਲੋਜੀ ਹੈ। ਅੱਜ ਦੀ ਟਰਮ 'ਚ, ਅੱਜ ਦੇ ਮੁਹਾਵਰੇ ਵਿੱਚ ਵਿਗਿਆਨ ਦੀ ਬੋਲੀ ਜੇ ਕਰੀਏ ਤੇ ਜਿਹੜਾ ਕਾਸਮੋਲੋਜੀ 2 ਲਾਈਨਾਂ 'ਚ ਉਹਨਾਂ ਨੇ ਦੱਸਤੀ ਕਿ ਸ੍ਰਿਸ਼ਟੀ ਰਚਨਾ ਇੱਕ ਬੜੀ ਅਚਰਜਤਾ ਨਾਲ ਭਰੀ ਹੋਈ ਹੈ ਕਿ ਉਹਦੇ 'ਚ ਬਿਨਸ ਜਾਣ ਵਾਲੀ ਚੀਜ਼ ਵੀ ਸਾਡੇ ਸਾਹਮਣੇ ਹੈ। ਜਿਹੜਾ ਨਾਮ ਤੇ ਰੂਪ, ਸਾਡੇ ਦੇਖੋ ਜਿਹੜੇ ਫਿਲਾਸਫਰ ਨੇ ਉਹਨਾਂ ਨੇ ਕਿਹਾ ਵੀ ਜਿਹੜਾ ਨਾਮ ਜਿਹੜਾ ਨਾ ਉਹ ਸਦੀਵੀ ਹੈ ਤੇ ਰੂਪ ਪਰਿਵਰਤਨਸ਼ੀਲ ਹੈ। ਰੂਪ ਬਦਲਦਾ ਹੈ, ਨਾਮ ਉਹੀ ਰਹਿੰਦਾ ਹੈ। ਨਾਮ ਪਰਮਾਨੈਂਟ ਹੈ, ਰੂਪ ਇੰਪਰਮਾਨੈਂਟ ਹੈ। ਤੇ ਉਹਦੇ ਵਿੱਚ ਫਿਰ ਜਿਹੜਾ ਬੰਦਾ ਹੈ ਉਹਦੀ ਪ੍ਰੋਬਲਮ ਕੀ ਹੈ? ਉਹ ਕਹਿੰਦੇ ਨੇ ਕਿ ਕਾਮ ਕ੍ਰੋਧ ਮੋਹ ਬਸ ਪ੍ਰਾਣੀ ਹਰ ਮੂਰਤ ਬਿਸਰਾਈ। ਬੰਦੇ ਦੀ ਸਮੱਸਿਆ ਉਦੋਂ ਬਣਦੀ ਹੈ ਜਦੋਂ ਜਿਹੜਾ ਸੰਸਾਰ ਦਾ ਸਦਾ ਰਹਿਣ ਵਾਲਾ ਤੱਤ ਹੈ, ਪਰਮ ਸੱਚ ਹੈ, ਉਸ ਦੀ ਚੇਤਨਾ ਖਤਮ ਹੋ ਜਾਂਦੀ ਹੈ। ਇੱਕ ਗੱਲ ਮੈਂ ਅੱਜ ਤੱਕ ਜੋ ਮੈਂ ਗੁਰਬਾਣੀ ਪੜ੍ਹਦਾ ਰਿਹਾ ਉਸ ਦੇ ਵਿੱਚ ਮੈਂ ਇਹ ਗੱਲ ਸਿੱਖੀ ਹੈ, ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਨਾ ਚਾਹੁੰਦਾ ਕਿ ਗੁਰਬਾਣੀ ਨੂੰ ਸਮਝਣ ਦੇ ਲਈ ਉਸ ਦੇ ਜਿਹੜਾ ਪ੍ਰਵਚਨ ਦਾ ਰੂਪ ਹੈ ਨਾ ਉਹਨੂੰ ਧਿਆਨ 'ਚ ਰੱਖਣ ਦੀ ਲੋੜ ਹੈ। ਗੁਰਬਾਣੀ ਨੂੰ ਤੁਸੀਂ ਲਿਟਰਲ ਮੀਨਿੰਗ ਨਾਲ ਨਹੀਂ ਗ੍ਰਹਿਣ ਕਰ ਸਕਦੇ, ਕਿਉਂਕਿ ਗੁਰਬਾਣੀ ਜਿਹੜੀ ਹੈ ਉਹ ਸ਼ਾਇਰੀ ਤੇ ਸੰਗੀਤ ਦੇ ਮਾਧਿਅਮ ਰਾਹੀਂ ਸਾਡੇ ਨਾਲ ਗੱਲ ਕਰਦੀ ਹੈ। ਹੁਣ ਇਸ ਦਾ ਮਤਲਬ ਹੈ ਕਿ ਸਾਨੂੰ ਉਹਨਾਂ ਪ੍ਰਤੀਕਾਂ ਦੀ ਸਮਝ ਹੋਣੀ ਚਾਹੀਦੀ ਹੈ ਜਿਹਦੇ ਰਾਹੀਂ ਗੁਰੂ ਸਾਹਿਬਾਨ ਸਾਨੂੰ ਜੀਵਨ ਦਾ ਤੱਤ ਸਮਝਾ ਰਹੇ ਨੇ। ਤਾਂ ਇਹਦੇ 'ਚ ਹੁਣ ਹਰੀ ਮੂਰਤ ਬਿਸਰਾਈ, ਹਰ ਦੀ ਮੂਰਤ ਨੂੰ ਅਸੀਂ ਵਿਸਾਰ ਦਿੰਦੇ ਹਾਂ ਤੇ ਇਹਦਾ ਮੀਨਿੰਗ ਕੀ ਹੈ? ਇਹਦਾ ਮਤਲਬ ਮੀਨਿੰਗ ਉਹੀ ਹੈ ਕਿ ਜਿਹੜੀ ਚੀਜ਼ ਪਰਮਾਨੈਂਟ ਹੈ, ਜਿਹਨੂੰ ਗੁਰੂ ਨਾਨਕ ਦੇਵ ਜੀ ਨੇ ਜਦੋਂ ਗੱਲ ਕੀਤੀ ਸੀ ਨਾ ਕਿ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਹ ਉਹ ਜਿਹੜਾ ਸਥਿਰ ਤੱਤ ਹੈ ਜਿਹਨੂੰ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਨਾ ਕਿ ਉਹ ਜਿਹੜਾ ਸਥਿਰ ਤੱਤ ਹੈ, ਸਦਾ ਰਹਿਣ ਵਾਲਾ ਹੈ, ਉਹ ਪਰਮ ਸੱਚ। ਹਮੇਸ਼ਾ ਗੁਰੂ ਨਾਨਕ ਦੇਵ ਜੀ ਨੇ ਉਸਨੂੰ ਇੱਕ ਪਰਮ ਸੱਚ ਦੇ ਰੂਪ ਵਿੱਚ, ਸਦਾ ਰਹਿਣ ਵਾਲੇ ਰੂਪ ਵਿੱਚ ਕਿਹਾ। ਤੇ ਉਹੀ ਚੀਜ਼ ਹੈ, ਉਸ ਦੀ ਚੇਤਨਾ ਜਦੋਂ ਸਾਨੂੰ ਵਿਸਰ ਜਾਂਦੀ ਹੈ ਤਾਂ ਅਸੀਂ ਭਟਕ ਜਾਂਦੇ ਹਾਂ। ਤੇ ਉਦੋਂ ਕੀ ਹੁੰਦਾ ਕਿ ਕਾਮ ਕ੍ਰੋਧ ਮੋਹ, ਇਹ 3 ਚੀਜ਼ਾਂ ਸਾਡਾ ਇੰਸਟਿੰਕਟਿਵ ਬਿਹੇਵੀਅਰ ਹੈ। ਬੰਦੇ ਤੋਂ ਇੱਕ ਜੀਵ ਜਾਂ ਇੱਕ ਜਿਹਨੂੰ ਕਹਿ ਸਕਦੇ ਹਾਂ ਪਸ਼ੂ ਤੋਂ ਮਨੁੱਖ ਤੱਕ ਦੀ ਯਾਤਰਾ, ਇਸ ਤਾਂ ਜਿਹੜਾ ਵਿਗਿਆਨ ਤਾਂ ਸਾਨੂੰ ਦੱਸਦਾ ਨਾ ਕਿ ਐਨੀਮਲ ਤੇ ਮੈਨ ਦੇ ਵਿੱਚ ਕੀ ਫਰਕ ਹੈ ਕਿ ਐਨੀਮਲ ਜਿਹੜਾ ਨਾ ਇੰਸਟਿੰਕਟ ਦੀ ਕੈਦ ਵਿੱਚ ਹੁੰਦਾ ਹੈ,
ਇੰਸਟਿੰਕਟ ਉਹ એનર્ਜੀ ਹੈ ਜਿਹੜੀ ਕੁਦਰਤ ਵੱਲੋਂ ਸਾਨੂੰ ਮਿਲੀ ਹੋਈ ਹੈ, ਤੇ ਜੇ ਉਸ ਨੂੰ ਅਸੀਂ ਸਬਲਾਈਮ ਨਹੀਂ ਬਣਾਵਾਂਗੇ ਤੇ ਅਸੀਂ ਜਾਨਵਰ ਵਾਂਗ ਹੀ ਬਿਹੇਵ ਕਰਾਂਗੇ। ਤੇ ਉਹ ਇੰਸਟਿੰਕਟਿਵ ਬਿਹੇਵੀਅਰ ਕੀ ਹੈ? ਕਾਮ, ਕ੍ਰੋਧ, ਮੋਹ। ਇਹ ਉਹ ਪ੍ਰਵਿਰਤੀਆਂ ਨੇ ਜਿਹੜੀਆਂ ਸਿੱਖਣੀਆਂ ਨਹੀਂ ਪੈਂਦੀਆਂ, ਇਹ ਸਾਡੇ ਅੰਦਰ ਜਨਮਜਾਤ ਰੂਪ ਵਿੱਚ ਨੇ। ਲੇਕਿਨ ਮਾਨਵ ਹੋਣ ਦਾ ਸਬੂਤ ਦੇਣ ਦੇ ਲਈ ਸਾਨੂੰ ਇਹਨਾਂ ਨੂੰ ਟਰਾਂਸਫਾਰਮ ਕਰਨ ਦੀ ਲੋੜ ਹੈ, ਇਹਨਾਂ ਨੂੰ ਸਬਲਾਈਮ ਕਰਨ ਦੀ ਲੋੜ ਹੈ। ਇਹ ਗੁਰਬਾਣੀ ਦੱਸਦੀ ਹੈ। ਤੇ ਗੁਰਬਾਣੀ ਤਾਂ ਇਹ ਕਹਿੰਦੀ ਹੈ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਪਾਰ। ਉਹ ਤਾਂ ਮਨੁੱਖ ਨੂੰ ਜਾਨਵਰ ਤੋਂ ਟਰਾਂਸਫਾਰਮ ਕਰਕੇ ਸਿਰਫ ਉੱਥੇ ਤੱਕ ਸੀਮਤ ਨਹੀਂ ਰਹਿੰਦੇ, ਉਹ ਚਾਹੁੰਦੇ ਨੇ ਕਿ ਮਾਨਵਤਾ ਤੋਂ ਵੀ ਉਚੇਰੀ ਪੱਧਰ ਜਿਹੜੀ ਹੈ, ਕਿ ਜਦੋਂ ਬੰਦਾ ਉਸ ਕਾਸਮਿਕ ਕੌਨਸ਼ੀਅਸਨੈਸ ਵਿੱਚ ਵਿਚਰਦਾ ਹੈ, ਬ੍ਰਹਿਮੰਡ ਦੀ ਚੇਤਨਾ ਦੇ ਵਿੱਚ ਜਦੋਂ ਉਹ ਬੰਦਾ ਵਿਚਰਦਾ, ਉਦੋਂ ਗੱਲ ਉਹਦੀ ਬਣਨੀ ਹੈ। ਤੇ ਉਸ ਦੇ ਵਿੱਚ ਫਿਰ ਉਹਨਾਂ ਨੇ ਅਸੀਂ ਕੀਤਾ ਕੀ ਸੀ? ਤੁਸੀਂ ਦੇਖੋ, ਗੁਰੂ ਜੀ ਕਹਿੰਦੇ ਨੇ ਕਿ ਝੂਠਾ ਤਨ ਸਾਚਾ ਕਰ ਮਾਨਿਓ, ਜਿਉਂ ਸੁਪਨਾ ਰਹਿਣ ਆਈ। ਹੁਣ ਇਹ ਦਾਰਸ਼ਨਿਕ ਚਿੰਤਨ ਦੀ ਭਾਸ਼ਾ 'ਚ ਗੱਲ ਕਰ ਰਹੇ ਨੇ ਕਿ ਬੰਦੇ ਦੀ ਪ੍ਰੋਬਲਮ ਉਦੋਂ ਹੁੰਦੀ ਹੈ ਕਿ ਜਦੋਂ ਉਹ ਝੂਠੇ ਤਨ ਨੂੰ ਸੱਚਾ ਮੰਨ ਲੈਂਦੇ ਨੇ। ਤੁਸੀਂ ਕਹੋ ਵੀ ਜਿਹੜਾ ਤਨ ਝੂਠਾ ਕਿਉਂ ਹੋਇਆ? ਗੁਰੂ ਸਾਹਿਬ ਤਾਂ ਇਹ ਕਹਿੰਦੇ ਨੇ ਕਿ ਜਿਹੜਾ ਸਾਡੇ ਅੰਦਰ ਇੱਕ ਪਰਮਾਨੈਂਟ ਐਲੀਮੈਂਟ ਹੈ, ਉਹ ਸਾਡਾ ਸਰੀਰ ਨਹੀਂ ਹੈਗਾ, ਉਹ ਕੁਝ ਹੋਰ ਹੈ। ਲੇਕਿਨ ਜਿਹੜਾ ਸਾਡਾ ਤਨ ਹੈ, ਤਨ ਨੇ ਤਾਂ ਬਿਨਸ ਜਾਣਾ। ਤਨ ਤਾਂ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਨੇ, ਪੌਣੇ ਪਾਣੀ ਅਗਨੀ ਕਾ ਮੇਲ, ਚੰਚਲ ਚਪਲ ਬੁੱਧ ਕਾ ਖੇਲ, 9 ਦਰਵਾਜ਼ੇ 10ਵਾਂ ਦਵਾਰ, ਬੁੱਝਰੇ ਗਿਆਨੀ। ਇਹੋ ਵਿਚਾਰ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਸੀ ਕਿ ਜਿਹੜਾ ਤਨ ਹੈ ਉਹ ਤਾਂ 5 ਤੱਤਾਂ ਦਾ ਬਣਿਆ ਹੈ, ਤੇ 5 ਤੱਤ ਜਿਹੜੇ ਨੇ ਉਹ ਅੱਜ ਇਕੱਠੇ ਨੇ, ਕੱਲ ਨੂੰ ਵਿਖਰ ਜਾਣਗੇ। ਤੇ ਇਹਦੇ ਵਿੱਚ ਸਦੀਵੀ ਤੱਤ ਕਿਹੜਾ ਹੈ? ਅਸਲੀ ਗੱਲ ਤਾਂ ਇਹ ਹੈ ਕਿ ਅਸੀਂ ਉਸ ਸਦੀਵੀ ਤੱਤ ਨੂੰ, ਜਿਹੜਾ ਸਾਡਾ ਅਮਰ ਅਜਰ ਆਤਮ ਤੱਤ ਹੈ, ਉਹਨੂੰ ਵਿਸਾਰੀ ਬੈਠੇ। ਤੇ ਸਰੀਰ ਜਿਹੜਾ ਬਿਨਸ ਜਾਣਾ, ਝੂਠਾ ਤਨ ਆਪਣਾ ਕਰ ਮਾਨਿਓ, ਹਰ ਸਾਚਾ ਕਰ ਮਾਨੇ, ਜੋ ਸੁਪਨਾ ਰਹਿਣ ਆਈ। ਹੁਣ ਮੈਨੂੰ ਆਪਣੇ ਭਗਤ ਨਾਮਦੇਵ ਜੀ ਦੀ ਬੜੀ ਖੂਬਸੂਰਤ ਗੱਲ ਯਾਦ ਆਉਂਦੀ ਹੈ। ਉਹ ਕਹਿੰਦੇ ਨੇ ਕਿ ਮਿਥਿਆ ਭਰਮ ਅਰ ਸੁਪਨ ਮਨੋਰਥ ਸਤ ਪਦਾਰਥ ਜਾਣੇ। ਬੰਦੇ ਦੀ ਪ੍ਰੋਬਲਮ ਦੇਖੋ, ਜਦੋਂ ਗੁਰੂ ਸਾਹਿਬਾਨ ਭਗਤ ਤੇ ਰਿਸ਼ੀ ਕੋਈ ਗੱਲ ਕਰ ਰਹੇ ਨੇ ਕਿ ਪ੍ਰੋਬਲਮ ਉਦੋਂ ਹੀ ਪੈਦਾ ਹੁੰਦੀ ਹੈ ਕਿ ਜਦੋਂ ਸਾਡੀ ਦ੍ਰਿਸ਼ਟੀ ਦੇ ਵਿੱਚ ਇੱਕ ਵਿਕਾਰ ਪੈਦਾ ਹੋ ਜਾਂਦਾ ਹੈ। ਉਹ ਹੁੰਦਾ ਕੀ ਹੈ ਕਿ ਮਿਥਿਆ, ਜਿਹੜੀ ਚੀਜ਼ ਮਿਥੀ ਹੋਈ ਹੈ, ਭਰਮ ਜਿਹੜੀ ਸੱਚ ਨਹੀਂ ਹੈ, ਤੇ ਸੁਪਨ ਮਨੋਰਥ, ਸੁਪਨਾ, ਭਰਮ ਤੇ ਮਿਥਿਆ, ਤਿੰਨਾਂ ਨੂੰ ਅਸੀਂ ਸੱਤ ਪਦਾਰਥ ਮੰਨ ਲੈਂਦੇ ਹਾਂ। ਤੇ ਇਹ ਸਾਡੀ ਪ੍ਰੋਬਲਮ ਹੈ। ਪ੍ਰੋਬਲਮ ਤੋਂ ਨਿਕਲਣ ਦਾ ਰਸਤਾ ਜਿਹੜਾ ਭਗਤ ਨਾਮਦੇਵ ਜੀ ਨੇ ਕਿਹਾ ਕਿ ਸੁਕ੍ਰਿਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨ ਮਾਨਿਆ। ਕਿ ਜਦੋਂ ਬੰਦੇ ਦੀ ਜਿਹੜੀ ਉਹ ਚੰਗੇ ਕੰਮ ਕਰਨ ਵਾਲੀ ਚੇਤਨਾ ਹੈ ਨਾ, ਸੁਕ੍ਰਿਤ ਮਨਸਾ, ਜਦੋਂ ਉਹ ਜਾਗ ਪੈਂਦੀ ਹੈ ਤੇ ਫਿਰ ਉਹ ਉਸ ਚੀਜ਼ ਤੋਂ ਮੁਕਤ ਹੋ ਜਾਂਦਾ ਹੈ। ਤੇ ਮੈਨੂੰ ਲੱਗਦਾ ਗੁਰੂ ਤੇਗ ਬਹਾਦਰ ਜੀ ਦੀ ਇਹ ਲਾਈਨ ਜਿਹੜੀ ਹੈ ਕਿ ਉਹ ਸੁਪਨੇ ਦੀ ਗੱਲ ਕਰਦੇ ਨੇ ਔਰ ਤਨ ਦੇ ਝੂਠੇ ਹੋਣ ਦੀ ਗੱਲ ਕਰਦੇ ਨੇ, ਨਾਲ ਸਪਸ਼ਟ ਰੂਪ ਵਿੱਚ ਕਹਿੰਦੇ ਨੇ ਜੋ ਦਿਸੈ ਸੋ ਸਗਲ ਵਿਨਾਸੈ, ਜਿਉਂ ਬਾਦਰ ਕੀ ਛਾਈ। ਉਹਨਾਂ ਦਾ ਇੱਕੋ ਹੀ ਕਸਵੱਟੀ ਹੈ, ਕਹਿੰਦੇ ਨੇ ਕਿ ਜਿਹੜੀ ਚੀਜ਼ ਦਿਸਦੀ ਹੈ ਉਸ ਨੇ ਬਿਨਸ ਜਾਣਾ, ਜੋ ਦਿਸੈ, ਜਿਹੜੀ ਵੀ ਚੀਜ਼ ਦਿਸਦੀ ਹੈ ਉਹਨੇ ਬਿਨਸ ਜਾਣਾ। ਲੇਕਿਨ ਗੁਰੂ ਸਾਹਿਬ ਕੀ ਕਹਿੰਦੇ ਨੇ ਕਿ ਦਿਸਣ ਵਾਲੀ ਚੀਜ਼ ਤੇ ਦੇਖਣ ਵਾਲੀ ਹੋਂਦ, ਕਮਾਲ ਦੀ ਗੱਲ ਤੁਸੀਂ ਦੇਖੋ, ਉਹ ਹੈ ਦੇਖਣਹਾਰ। ਗੁਰੂ ਨਾਨਕ ਦੇਵ ਜੀ ਦੀ ਮੈਨੂੰ ਇਹ ਗੱਲ ਯਾਦ ਆਉਂਦੀ ਹੈ ਕਿ ਦੇਖਣਹਾਰ ਤੇ ਦਿਖਣਹਾਰ 'ਚ ਅੰਤਰ ਕਰਦੇ ਹਾਂ ਅਸੀਂ। ਕਿ ਉਹ ਕਹਿੰਦੇ ਨੇ ਕਿ ਮੂਹੀ ਸੁਰਤ ਬਾਦ ਹੰਕਾਰ, ਉਹ ਨਾ ਮੂਆ ਜੋ ਦੇਖਣਹਾਰ। ਜਾਣੀ ਗੁਰੂ ਨਾਨਕ ਦੇਵ ਜੀ ਇਸ ਪ੍ਰੋਬਲਮ ਨੂੰ ਆਪਣੇ ਢੰਗ ਨਾਲ ਦੱਸਦੇ ਨੇ, ਕਿਉਂਕਿ ਗੁਰੂਆਂ ਦੀ ਜੋਤ ਤਾਂ ਇੱਕੋ ਹੀ ਹੈ ਨਾ। ਉਹ ਕਹਿੰਦੇ ਨੇ ਕਿ ਦੇਹੀ ਮਾਟੀ, ਹੁਣ ਗੁਰੂ ਜੀ ਨੇ ਕਿਹਾ ਨਾ ਕਿ ਸੱਚਾ ਮੰਨ ਲਿਆ ਸੀ। ਗੁਰੂ ਨਾਨਕ ਦੇਵ ਜੀ ਨੇ ਪਹਿਲੇ ਕਿਹਾ ਕਿ
देही माटी बोले कौन, पुज रे ज्ञानी मुआ है कौन। मर कौन गया, देही तो मिट्टी है, बोलण वाली हवा है, मर कौन गया। जवाब तुसी देखो उन्हां दा कि मूई सुरत, मरण वाली चीज़ है वो साडी इंडिविजुअल कॉन्शियसनैस है, साडी ਉਹ ਚੇਤਨਾ ਜਿਹੜੀ ਸਾਨੂੰ ਦੋਹਰਾਂ ਨਾਲੋਂ ਵੱਖ ਕਰਦੀ ਹੈ, ਜਿਹਦੇ ਨਾਲ ਅਸੀਂ ਸਾਡਾ ਜੀਵਨ ਜਿੱਥੇ ਕਿੱਥੇ ਜਨਮੇ, ਸਾਡਾ ਨਾਮ ਕੀ ਹੈ, ਜੋ ਜਾਤ ਕੀ ਹੈ, ਗੋਤ ਕੀ ਹੈ, ਇਹ ਸਾਡੀ ਵਿਲੱਖਣਤਾ ਹੈ। ਇਹਦੀ ਚੇਤਨਾ ਜਿਹੜੀ ਹੈ ਨਾ ਉਹ ਮਰ ਜਾਂਦੀ ਹੈ। ਮੂਈ ਸੁਰਤ ਬਾਦ ਹੰਕਾਰ, ਤੇ ਉਹ ਹਉਮੈ ਦੀ ਭਾਵਨਾ ਜਿਹਦੇ 'ਚ ਅਸੀਂ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝੀ ਬੈਠੇ ਹੁੰਦੇ ਆ, ਇਹ ਹੁੰਦਾ ਨਹੀਂ। ਮੂਈ ਸੁਰਤ ਬਾਦ ਹੰਕਾਰ, ਉਹ ਨਾ ਮੂਆ ਜੋ ਦੇਖਣਹਾਰ। ਪ੍ਰੋਬਲਮ ਇਹ ਹੈ, ਦੇਖਣਹਾਰ ਤੇ ਦੇਖਣਹਾਰ। ਗੁਰਬਾਣੀ ਦਾ ਮੁਹਾਵਰਾ ਜੇ ਸਮਝ ਜਾਓਗੇ ਫਿਰ ਸਾਨੂੰ ਗੁਰੂ ਤੇਗ ਬਹਾਦਰ ਜੀ ਦੀ ਫਿਲਾਸਫੀ ਸਮਝ ਆਉਣੀ ਹੈ ਕਿ ਗੁਰੂ ਤੇਗ ਬਹਾਦਰ ਜੀ ਸਾਨੂੰ ਜੋੜਨਾ ਕਿਸ ਦੇ ਨਾਲ ਚਾਹੁੰਦੇ ਨੇ ਤੇ ਤੋੜਨਾ ਕਿਸ ਤੋਂ ਚਾਹੁੰਦੇ ਨੇ। ਤੋੜਨ ਦੇ ਲਈ ਉਹ ਦੱਸਦੇ ਨੇ ਕਿ ਜਿਹੜੀ ਸੰਸਾਰ ਦੇ ਵਿੱਚ ਵਿਨਾਸ਼ਸ਼ੀਲ ਜਿਹੜੀ ਹੋਂਦ ਹੈ, ਉਸ ਦੇ ਸੱਚ ਨੂੰ, ਉਸ ਦੇ ਜਿਹੜੇ ਨਾ ਸਦਾ ਰਹਿਣ ਵਾਲੇ ਸੱਚ ਨੂੰ ਤਾਂ ਪਹਿਚਾਨੋ, ਤੇ ਫਿਰ ਤੁਹਾਨੂੰ ਜ਼ਿੰਦਗੀ ਦੀ ਉਹ ਪਰਮ ਸੱਚ ਦੀ ਸੋਝੀ ਹੋਵੇਗੀ। ਜਨ ਨਾਨਕ ਜਗ ਜਾਣਿਓ ਮਿਥਿਆ, ਰਹਿਓ ਰਾਮ ਸਰਨਾਈ। ਤੋ ਗੁਰੂ ਤੇਗ ਬਹਾਦਰ ਜੀ ਨੇ ਛੋਟੀ ਜਿਹੀ ਇਸ ਰਚਨਾ ਦੇ ਵਿੱਚ ਸ੍ਰਿਸ਼ਟੀ ਰਚਨਾ ਦੇ ਅਸਚਰਜ ਸੱਚ ਨੂੰ ਪੇਸ਼ ਕਰ ਦਿੱਤਾ ਹੈ। ਹੁਣ ਇਸ ਗੱਲ ਨੂੰ ਅੱਗੇ ਉਹ ਆਪਣੇ ਹੋਰ ਢੰਗ ਨਾਲ ਆਪਣੇ ਸ਼ਲੋਕਾਂ 'ਚ ਵੀ ਪੇਸ਼ ਕਰਦੇ ਨੇ ਕਿ ਜਿਉਂ ਸੁਪਨਾ ਅਰ ਪੇਖਣਾ, ਫਿਰ ਕਰਨਾ ਕੀ ਚਾਹੀਦਾ। ਉਹ ਕਹਿੰਦੇ ਵੀ ਤਾਂ ਸੌਖੀ ਤਰੀਕਾ ਹੈ, ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਣ। ਵੀ ਜੇ ਜੱਗ ਹੈ, ਸੁਪਨਾ ਹੈ, ਤੇ ਉਹਨੂੰ ਸੁਪਨੇ ਦਾ ਸੱਚ ਮੰਨੋ। ਉਹਨੂੰ ਪਰਮ ਸੱਚ ਕਿਉਂ ਮੰਨ ਰਹੇ ਹੋ? ਪਰਮ ਸੱਚ ਮੰਨੋਗੇ ਤੇ ਤੁਹਾਡੀਆਂ ਪ੍ਰੋਬਲਮਸ ਵੱਧ ਜਾਣਗੀਆਂ। ਜੇ ਤੁਸੀਂ ਇਸ ਗੱਲ ਨੂੰ ਸੁਪਨੇ ਦੇ ਸੱਚ ਵਾਂਗ ਦੇਖੋਗੇ ਕਿ ਇਹ ਸਾਰੀ ਚੀਜ਼ ਇੰਪਰਮਾਨੈਂਟ ਹੈ, ਹਮੇਸ਼ਾ ਰਹਿਣ ਵਾਲੀ ਨਹੀਂ, ਤੇ ਇਸ ਅੰਤਰ ਦ੍ਰਿਸ਼ਟੀ, ਇਸ ਸੂਝ ਦੇ ਨਾਲ ਜਿਹੜੀ ਸਾਡੇ ਮਨ ਦੇ ਅੰਦਰ ਇੱਕ ਰੂਪਾਂਤਰਣ ਦੀ ਕਿਰਿਆ ਵਾਪਰੇਗੀ, ਉਹ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਸਾਡਾ ਦੁਨੀਆ ਨੂੰ ਦੇਖਣ ਦਾ ਅੰਦਾਜ਼ ਬਦਲ ਜਾਏਗਾ। ਕਿ ਜਦੋਂ ਅਸੀਂ ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਣ, ਜਗ ਨੂੰ ਇਸ ਤਰ੍ਹਾਂ ਜਾਣੋ। ਇਨ ਮੈਂ ਕਿਛ ਸਾਚੋ ਨਹੀਂ ਨਾਨਕ ਬਿਨ ਭਗਵਾਨ। ਇਹਦੇ ਵਿੱਚ ਫਿਰ ਉਹ ਗੱਲ ਉਹੀ ਕਰ ਰਹੇ ਨੇ ਕਿ ਇਹਦੇ 'ਚ ਇੰਪਰਮਾਨੈਂਟ ਨੂੰ ਛੱਡੋ, ਪਰਮਾਨੈਂਟ ਨੂੰ ਪੜ ਲਓ। ਤੇ ਜੈਸੇ ਜਲ ਤੇ ਬੁੱਧ ਉਪਜੈ ਬਿਨ ਸੈ ਨੀਤ, ਜਗ ਰਚਨਾ ਤੈਸੇ ਰਚੀ ਕਹ ਨਾਨਕ ਸੁਨ ਮੀਤ। ਇਹ ਗੱਲ ਆਪਾਂ ਇੱਥੇ ਛੱਡਦੇ ਹਾਂ ਕਿ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਫਿਲਾਸਫੀ ਹੈ, ਜਿਹੜਾ ਦਾਰਸ਼ਨਿਕ, ਜਿਹੜੀ ਉਹਨਾਂ, ਮੈਂ ਉਹਨੂੰ ਕਹਾਂਗਾ ਦਾਰਸ਼ਨਿਕ ਮਹਾਂਦ੍ਰਿਸ਼ਟੀ ਹੈ, ਉਹ ਸ੍ਰਿਸ਼ਟੀ ਰਚਨਾ ਦੇ ਪਰਮ ਸੱਚ ਦੀ ਪਹਿਚਾਨ ਤੋਂ ਸ਼ੁਰੂ ਹੁੰਦੀ ਹੈ। ਤੇ ਫਿਰ ਉਹ ਉਹਦੇ ਅੰਦਰ ਰਹਿਣ ਵਾਲੇ ਮਨੁੱਖ ਦੀ ਕਿਵੇਂ ਗੱਲ ਕਰਦੇ ਨੇ। ਮਨੁੱਖ ਨੂੰ ਦੇਖੋ, ਪਹਿਲਾ ਸੰਬੋਧਨ ਕੀਤਾ ਸੀ ਸਾਧੋ, ਤੇ ਸਾਧੋ ਰਚਨਾ ਰਾਮ ਬਣਾਈ। ਉਹ ਮਨੁੱਖ ਦੀ ਗੱਲ ਕਰਦੇ ਨੇ ਕਿ ਫਿਰ ਉਹ ਕਹਿੰਦੇ ਨੇ ਮਨ, ਆਪਣੇ ਮਨ ਨੂੰ ਸੰਬੋਧਨ ਕਰ। ਜਦੋਂ ਕਮੀ ਦੇਖਦੇ ਨੇ ਨਾ, ਕਮੀ ਉਹ ਆਪਣੇ ਆਪ ਦੇ ਵਿੱਚ ਦੇਖਣ ਦੀ ਗੱਲ ਕਰਦੇ ਨੇ, ਕਮੀ ਉਹਨਾਂ ਵਿੱਚ ਕੋਈ ਨਹੀਂ, ਲੇਕਿਨ ਉਹਨਾਂ ਦੀ ਨਿਮਰਤਾ ਦੇਖੋ ਕਿ ਗੁਰੂ ਜੀ ਕਹਿੰਦੇ ਨੇ ਕਿ ਮਨ ਰੇ ਕੌਣ ਕੁਮਤ ਤੋਂ ਹੀ ਲੀਨੀ। ਕਿ ਮੇਰੇ ਮਨ ਕਿਹੜੀ ਕੁਮਤ ਲੈ ਕੇ ਬਹਿ ਗਿਆ ਤੂੰ। ਕਿ ਕੁਮਤ ਕੀ ਹੈ? ਪਰ ਦਾਰਾ ਨਿੰਦਿਆ ਰਸ ਚਾਖਿਓ, ਰਾਮ ਭਗਤ ਨਹੀਂ ਕੀਨੀ। ਮੁਕਤ ਪੰਥ ਜਾਣਿਓ ਤੈ ਨਾਹਿਨ, ਧਨ ਜੋਬਨ ਕੋ ਧਾਇਓ। ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਓ। ਹੁਣ ਤੁਸੀਂ ਦੇਖੋ, ਨਾ ਹਰਿ ਭਜਿਓ, ਨਾ ਗੁਰ ਜਨ ਸੇਵਿਓ, न उपजियो कछु ज्ञाना। घट ही माहे निरंजन तेरा है, तै खोजत उद्याना। मतलब है कि तेरे तो अंदर घट दे विच ही, तेरे मन अंतर दे विच ही वो सारी परम होंद पई हुई है, ते तू उस नूं जंगलां विच तलाश कर रहे हैं, बाहर तलाश करने। जिहड़ी अंदर है वो बाहर तलाश कर रहे हैं।
ਬਹੁਤ ਜਨਮ ਭਰਮਤ ਹੈ ਹਾਰਿਓ, ਅਸਥਿਰ ਮਤ ਨਹੀਂ ਪਾਈ, ਮਾਨਸ ਦੇ ਪਾਏ ਪਦ ਹਾਰੀ ਭਜ, ਨਾਨਕ ਬਾਤ ਬਤਾਈ। ਹੁਣ ਮਤਲਬ ਤੁਸੀਂ ਇਹ ਦੇਖੋ ਕਿ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਦਾਰਸ਼ਨਿਕ ਜਿਹੜੀ ਵਿਆਖਿਆ ਹੈ ਸੰਸਾਰ ਦੀ, ਉਹ ਸਾਨੂੰ ਦੱਸਣਾ ਕੀ ਚਾਹੁੰਦੀ ਹੈ? ਉਹ ਦੱਸਣਾ ਸਾਡੇ ਜੀਵਨ ਦੇ ਨਾਲ, ਆਪਣੇ ਆਪ ਦੇ ਨਾਲ ਰਿਸ਼ਤੇ ਨੂੰ ਬਦਲਣਾ ਚਾਹੁੰਦੀ ਹੈ ਕਿ ਅਸੀਂ ਇਸ ਢੰਗ ਦੇ ਨਾਲ ਜੀਵੀਏ ਕਿ ਦੁਨੀਆ ਦੇ ਵਿੱਚ ਤਾਂ ਜਿਹੜੀ ਹੈ ਇਹ ਸੁਪਨੇ ਵਾਂਗ ਇਹ ਸੰਸਾਰ ਨੇ ਵਿੰਸ ਜਾਣਾ, ਲੇਕਿਨ ਅਸੀਂ ਰਹਿਣਾ ਤਾਂ ਹੈ ਨਾ। ਤੇ ਉਸ ਦੇ ਨਾਲ ਰਿਸ਼ਤਾ ਸਾਡਾ ਇਹ ਹੋਣਾ ਚਾਹੀਦਾ ਹੈ ਕਿ ਜਿਹੜੀ ਪਰਮਾਨੈਂਟ ਹੈ ਉਹਨੂੰ ਪਰਮਾਨੈਂਟ ਸਮਝੀਏ, ਜਿਹੜੀ ਇੰਪਰਮਾਨੈਂਟ ਹੈ ਉਹਨੂੰ ਇੰਪਰਮਾਨੈਂਟ ਸਮਝੀਏ। ਇਹੀ ਉਹਨਾਂ ਦੀ ਜਿਹੜੀ ਮੁੱਖ ਗੱਲ ਹੈਗੀ ਹੈ। ਤੇ ਇਹਦੇ ਵਾਸਤੇ ਰਸਤਾ ਕੀ ਹੈ? ਉਹਨਾਂ ਦਾ ਵਿਲੱਖਣਤਾ ਮੈਂ ਕੀਤੀ ਸੀ ਨਾ ਗੱਲ, ਕਿ ਉਹਨਾਂ ਦੀ ਬਾਣੀ ਦੀ ਵਿਲੱਖਣਤਾ ਵੈਰਾਗ ਦੇ ਸੰਕਲਪ ਨਾਲ ਜੁੜੀ। ਉਹ ਕਹਿੰਦੇ ਨੇ ਕਿ ਜੈ ਵਿਖਿਆ ਸਗਲੀ ਤਜੀ, ਲਿਓ ਭੇਖ ਬੈਰਾਗ, ਕਹੋ ਨਾਨਕ ਸੁਨ ਰੇ ਮਨਾ, ਤੇ ਨਰ ਮੱਥੇ ਭਾਗੇ। ਦੋ ਲਾਈਨਾਂ 'ਚ ਉਹਨਾਂ ਨੇ ਆਪਣੀ ਸਾਰੀ ਫਿਲਾਸਫੀ ਦੱਸ ਦਿੱਤੀ ਹੈ, ਲੇਕਿਨ ਇਹ ਸਮਝਣੀ ਔਖੀ ਹੈ। ਉਹਨਾਂ ਨੇ ਤਾਂ ਗੱਲ ਕੀ ਹੈ ਕਿ ਜਿਸ ਬੰਦੇ ਨੇ ਇਹ ਵਿਖਿਆ ਤਜ ਦਿੱਤੀ, ਹੁਣ ਤੁਹਾਨੂੰ ਦੇਖਿਆ ਨਾ ਵੀ ਪ੍ਰਤੀਕਾਤਮਕ ਮੀਨਿੰਗ ਹੈ। ਵਿਖਿਆ ਮੈਨੇ ਤਾਂ ਹੁੰਦਾ ਜ਼ਹਿਰ, ਜਿਹਨੇ ਜ਼ਹਿਰ ਨੂੰ ਛੱਡ ਦਿੱਤਾ ਤੇ ਵੈਰਾਗ ਦਾ ਭੇਖ ਧਾਰਨ ਕਰ ਲਿਆ ਕਿ ਕਹੋ ਨਾਨਕ ਸੁਨ ਰੇ ਮਨ, ਤੇ ਨਰ ਮਾਥੇ ਭਾਗ, ਉਸ ਮਨੁੱਖ ਦੇ ਮਾਥੇ ਦੇ ਭਾਗ ਹੈ। ਹੁਣ ਤੁਸੀਂ ਕਹੋਗੇ ਫਿਰ ਇਹ ਗੁਰਬਾਣੀ ਦੇ ਅਨੁਸਾਰ ਇਹ ਗੱਲ ਕੀ ਹੋਈ? ਇਹਦਾ ਮਤਲਬ ਹੈ ਤੇ ਸਾਨੂੰ ਵੈਰਾਗ ਲੈਣਾ ਚਾਹੀਦਾ ਸੰਸਾਰ ਤੋਂ। ਪਰ ਜਿਹੜੀ ਖੂਬਸੂਰਤ ਗੱਲ ਇਹ ਹੈ ਕਿ ਵੈਰਾਗ ਦੀ ਜਿਹੜੀ ਪਰਿਭਾਸ਼ਾ ਗੁਰੂ ਸਾਹਿਬਾਨ ਕਰਦੇ ਨੇ, ਗੁਰੂ ਤੇਗ ਬਹਾਦਰ ਜੀ ਖੁਦ ਕਰਦੇ ਨੇ, ਉਹ ਇਸ ਨੂੰ ਫਿਰ ਇੱਕ ਨਵੇਂ ਅਰਥਾਂ ਵਿੱਚ ਪੇਸ਼ ਕਰਦੀ ਹੈ ਕਿ ਵੈਰਾਗ ਹੋਣ ਦਾ ਮਤਲਬ ਸੰਸਾਰ ਤੋਂ ਵੈਰਾਗ ਨਹੀਂ, ਸੰਸਾਰਿਕਤਾ ਤੋਂ ਹੈ। ਕੁੰਡੀ ਇੱਥੇ ਪਈ ਹੋਈ ਹੈ ਕਿ ਛੱਡਣਾ ਅਸੀਂ ਸੰਸਾਰ ਨੂੰ ਨਹੀਂ, ਸੰਸਾਰਿਕਤਾ ਨੂੰ ਹੈ, ਵਰਲਡ ਨੂੰ ਨਹੀਂ, ਵਰਲਡਲੀਨੈਸ ਨੂੰ ਹੈ। ਕਿ ਅਸੀਂ ਸੰਸਾਰਿਕਤਾ ਤਾਂ ਜੇ ਆਪਣੇ ਆਲੇ ਦੁਆਲੇ ਇਕੱਠੀ ਕਰਕੇ ਕਰੀ ਜਾਂਦੇ ਤੇ ਉਹਦੇ 'ਚ ਡੁੱਬ ਜਾਂਦੇ, ਤੇ ਉਹ ਸੰਸਾਰਿਕਤਾ ਤੋਂ ਮੁਕਤ ਹੋਣਾ ਸਹੀ ਮਾਇਨੇ 'ਚ ਵੈਰਾਗ ਹੈ। ਤੇ ਉਹਨਾਂ ਨੇ ਸਪਸ਼ਟ ਰੂਪ 'ਚ ਅੱਗੇ ਗੱਲ ਕਲੀਅਰ ਕਰ ਦਿੱਤੀ। ਅੱਗੇ ਕਹਿੰਦੇ ਨੇ ਕਿ ਕਾਹੇਰੇ ਬਨ ਖੋਜਨ ਜਾਈ। ਇਹ ਉਹ ਵੈਰਾਗ ਨਹੀਂ ਜਿਹੜਾ ਬਨ ਵਿੱਚ ਜਾ ਕੇ ਹੁੰਦਾ ਕਿ ਸਰਵ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ, ਪੋਹਪ ਮੋਹੇ ਜਿਉ ਬਾਸ ਵਸਤ ਹੈ, ਮੁਕਰ ਮੋਹੇ ਜੈਸੇ ਛਾਈ। ਜਿਹੜੀ ਆਮ ਜੀਵਨ ਦੀਆਂ ਮਿਸਾਲਾਂ ਦੀ ਰਾਹੀਂ ਗੱਲ ਕਰਦੇ ਨੇ ਕਿ ਫੁੱਲ ਵਿੱਚ ਜਿਵੇਂ ਸੁਗੰਧ ਵਸਦੀ ਹੈ ਉਸ ਤਰ੍ਹਾਂ ਰਹੋ, ਤੇ ਮਤਲਬ ਤਦ ਤੁਹਾਡੀ ਜ਼ਿੰਦਗੀ ਦਾ ਉਹ ਆਦਰਸ਼ ਪੂਰਾ ਹੋਵੇਗਾ। ਇਸ ਤਰ੍ਹਾਂ ਦੇ ਵੈਰਾਗ ਦੀ ਗੱਲ ਗੁਰੂ ਨਾਨਕ ਦੇਵ ਜੀ ਨੇ ਵੀ ਕੀਤੀ। ਗੁਰੂ ਨਾਨਕ ਦੇਵ ਜੀ ਨੂੰ ਸਿੱਧ ਗੋਸ਼ ਦੇ ਵਿੱਚ ਸਿੱਧਾ ਇੱਕ ਸਵਾਲ ਪੁੱਛਿਆ। ਉਹ ਕਹਿੰਦੇ ਨੇ ਕਿ ਦੁਨੀਆ ਦੁੱਤਰ ਸਾਗਰ ਕਹੀਏ, ਕਿਵ ਕਰ ਪਾਈਏ ਪਾਰ। ਸਵਾਲ ਸਿੱਧਾ ਕਰਤਾ ਕਿ ਗੁਰੂ ਨਾਨਕ ਨੂੰ ਕਹਿੰਦੇ ਨੇ ਕਿ ਨਾਨਕ, ਇਹ ਦੁਨੀਆ ਤਾਂ ਇੱਕ ਬੜਾ ਕਠਿਨ ਸਾਗਰ ਹੈ, ਇਹਨੂੰ ਪਾਰ ਕਿਵੇਂ ਕੀਤਾ ਜਾਵੇ? ਗੁਰੂ ਨਾਨਕ ਦਾ ਜਵਾਬ ਤੁਸੀਂ ਦੇਖੋ, ਸਿੱਖ ਚਿੰਤਨ ਦੀ ਜਿਹੜੀ ਜੀਵਨ ਜਾਚ ਹੈ, ਜੀਵਨ ਵਿਧੀ ਹੈ, ਉਹਦੇ ਮੁਤਾਬਕ ਹੈ। ਉਹ ਕਹਿੰਦੇ ਨੇ ਕਿ ਜੈਸੇ ਜਲ ਮੈਂ ਕਮਲ ਅਲੇਕ ਭਵਸਾਨ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਪਖਾਣੇ। ਇੱਕ ਸੂਤਰ ਦੇ ਵਿੱਚ ਜੀਵਨ ਫਿਲਾਸਫੀ, ਜਿਹਦੇ ਵਿੱਚ ਕਿ ਵੈਰਾਗ ਤੇ ਜਿਹੜਾ ਵੈਰਾਗੀ ਪੁਣਾ, ਜਿਹੜਾ ਸੰਸਾਰ ਨੂੰ ਤਿਆਗ ਦੇਣਾ, ਉਸ ਦਾ ਮਤਲਬ ਕੀ ਹੈ? ਉਹ ਕਹਿੰਦੇ ਨੇ ਕਿ ਸੰਸਾਰ ਦੇ ਵਿੱਚੋਂ ਬਾਹਰ ਜਾਣ ਦੀ ਲੋੜ ਨਹੀਂ। ਇਹ ਤਾਂ ਕਮਲ ਦੇ ਫੁੱਲ ਵਾਂਗ ਹੈ ਕਿ ਜਿਹੜਾ ਪਾਣੀ ਦੇ ਵਿੱਚ ਰਹਿੰਦਾ ਉਸ ਦੇ ਪ੍ਰਭਾਵ ਤੋਂ ਮੁਕਤ ਰਹਿੰਦਾ। ਤੇ ਸੁਰਤ ਸ਼ਬਦ ਦੇ ਨਾਲ ਭਵ ਸਾਗਰ ਨੂੰ ਤਰਿਆ ਜਾ ਸਕਦਾ ਹੈ, ਚੇਤਨਾ ਦੇ ਨਾਲ ਤਰਿਆ ਜਾ ਸਕਦਾ। ਫਿਰ ਮੈਨੂੰ ਇਸ ਪ੍ਰਸੰਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਬਹੁਤ ਖੂਬਸੂਰਤ ਬਾਣੀ ਰਚਨਾ ਜਿਹੜੀ ਇਹਨਾਂ ਚੇਤੇ ਆਉਂਦੀ ਹੈ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। ਵੀ ਤੁਸੀਂ ਦੇਖੋ ਕਿ ਜੀਵਨ ਜਾਚ ਦੇ ਲਈ ਜਿਹੜਾ ਗੁਰੂ ਤੇਗ ਬਹਾਦਰ ਜੀ ਨੇ ਜਿਹੜਾ ਵੈਰਾਗ ਦਾ ਸੰਕਲਪ ਪੇਸ਼ ਕੀਤਾ ਨਾ,
ਉਸ ਨੂੰ ਕਿਸ ਤਰੀਕੇ ਨਾਲ ਸਿੱਖ ਚਿੰਤਨ ਨੇ ਇੱਕ ਨਵੇਂ ਅਰਥ ਦਿੱਤੇ ਨੇ। ਔਰ ਖੂਬਸੂਰਤ ਲਾਈਨਾਂ ਤੁਸੀਂ ਦੇਖੋ ਕਿ ਗੁਰੂ ਗੋਬਿੰਦ ਸਿੰਘ ਜੀ ਵੀ ਦੇਖੋ, ਉਹ ਯੋਧੇ ਵੀ ਨੇ, ਸਿਪਾਹੀ ਵੀ ਨੇ, ਔਰ ਸੰਤ ਜਿਹਨੂੰ ਕਹਿ ਸਕਦੇ ਹਾਂ ਕਿ ਵਿਦਵਾਨ ਵੀ ਨੇ, 4 in 1 ਨੇ ਉਹਨਾਂ ਦੇ ਕੋਲ। ਸੰਤ ਵੀ ਹੈ, ਸਿਪਾਹੀ ਵੀ ਹੈ, ਔਰ ਚਿੰਤਕ ਵੀ, ਕਵੀ ਵੀ ਨੇ। ਉਹ ਕਹਿੰਦੇ ਨੇ ਕਿ ਰੇ ਮਨ ਐਸੋ ਕਰ ਸੰਨਿਆਸ। ਆਪਣੇ ਆਪ ਨੂੰ ਫਿਰ ਉਹ ਗੁਰੂ ਗੋਬਿੰਦ ਸਿੰਘ ਜੀ ਵੀ ਆਪਣੇ ਆਪ ਨੂੰ ਸੰਬੋਧਨ ਕਰਦੇ ਨੇ ਕਿ ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ सब है कर समझ, मन ही माहे उदासा। क्या खूबसूरत बात कहती उन्होंने कि मन, मेरे मन, तू जे संन्यास करना तो इहो जिहा कर, किहो जिहा कि बन से सदन सब है कर समझ। अपने सारे मकान, अपने सदन वो बन वर्गे समझो। देखो गल वही है ना, मकान ते बंगले, साडे फ्लैट, ਇਹ ਮਾੜੇ ਨਹੀਂ ਹੈਗੇ, ਇਹਨਾਂ ਵਿੱਚ ਅਸੀਂ ਰਹਿੰਦੇ ਆ। ਕਹਿੰਦਾ ਪਰ ਇਹਨਾਂ ਨੂੰ ਸਮਝੋ ਕਿ ਬਨ ਸੇ ਸਦਨ ਸਭ ਹੈ ਕਰ ਸਮਝੋ, ਮਨ ਹੀ ਮਾਹੇ ਉਦਾਸਾ, ਜਤ ਕੀ ਜਟਾ ਜੋਗ ਕੋ ਮੱਜਨ ਨੇਮ ਕੇ ਨਖਨ बढ़ाओ। ਅਗਲੀ ਗੱਲ ਬੜੀ ਖੂਬਸੂਰਤ ਹੈ। ਉਹ ਕਹਿੰਦੇ ਨੇ ਗਿਆਨ ਗੁਰੂ ਆਤਮ ਉਪਦੇਸੋ ਨਾਮ ਵਿਭੂਤ ਲਗਾਓ। ਕਿ ਗੁਰੂ ਤਾਂ ਅਸਲ ਵਿੱਚ ਗਿਆਨ ਹੈ, ਜਿਹਨੇ ਤੁਹਾਨੂੰ ਮਾਰਗ ਦੇਣਾ ਹੈ, ਤੇ ਔਰ ਉਪਦੇਸ਼ ਆਪਣੇ ਆਪ ਨੂੰ ਤੁਸੀਂ ਕਰਨਾ ਹੈ। ਗਿਆਨ ਗੁਰੂ ਆਤਮ ਉਪਦੇਸੋ, ਇਹ ਗੱਲ ਇਹ ਸਿੱਖ ਚਿੰਤਨ ਦੀ ਖੂਬਸੂਰਤੀ ਹੈ। ਜਦੋਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਨਾ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ। ਗਿਆਨ ਕੋਈ ਬਾਹਰ ਅਲੋਕਾਰ ਨਹੀਂ ਹੈਗਾ, ਗਿਆਨ ਤੇ ਗੁਰੂ ਤਾਂ ਗਿਆਨ ਹੈ, ਸ਼ਬਦ ਹੈ, ਸ਼ਬਦ ਗਿਆਨ ਹੈ। ਤੇ ਚੇਲਾ ਕੌਣ ਹੈ? ਚੇਲਾ ਸਾਡੀ ਸੁਰਤ ਹੈ। ਸ਼ਬਦ ਤੇ ਸੁਰਤ ਦਾ ਰਿਲੇਸ਼ਨਸ਼ਿਪ ਹੈ ਗਿਆਨ ਤੇ ਗਿਆਨ ਗ੍ਰਹਿਣ ਕਰਨ ਦੇ ਵਿੱਚ। ਗਿਆਨ ਗੁਰੂ ਆਤਮ ਉਪਦੇਸੋ ਨਾਮ ਵਿਭੂਤ ਲਗਾਇਓ, ਸੀਲ ਸੰਤੋਖ ਸਦਾ ਨਿਰਭੈਵੋ, ਹੋਵੇ ਤ੍ਰੈਗੁਣ ਅਤੀਤ। ਇਹ ਸਾਰੀ ਗੱਲ ਨੂੰ ਤੁਸੀਂ ਅਗਰ ਦੇਖੋ ਕਿ ਗੁਰੂ ਤੇਗ ਬਹਾਦਰ ਜੀ, ਬਹੁਤ ਥੋੜੀ ਰਚਨਾ ਉਹਨਾਂ ਦੀ ਜਿਹੜੀ ਰਚਨਾ, ਜਿਹੜੀ ਮੇਰੇ ਖਿਆਲ ਹੈ ਕਿ 59 ਉਹਨਾਂ ਦੇ ਸ਼ਬਦ ਨੇ ਤੇ 57 ਸ਼ਲੋਕ ਨੇ। ਇਹ ਛੋਟੀ ਜਿਹੀ ਰਚਨਾ ਦੇ ਵਿੱਚ ਸੂਤਰ ਰੂਪ ਵਿੱਚ ਗੱਲ ਕਰਦੇ ਹੋਏ ਉਹਨਾਂ ਨੇ ਜੀਵਨ ਦੀ ਕੰਪਲੀਟ ਫਿਲਾਸਫੀ ਜਿਹੜੀ ਦਿੱਤੀ ਹੈ। ਤੀਜੀ ਗੱਲ ਮੈਂ ਲਾਸਟ ਵਿੱਚ ਕਹਿਣਾ ਚਾਹੁੰਦਾ ਕਿ ਜਿਹੜਾ ਗੁਰੂ ਤੇਗ ਬਹਾਦਰ ਜੀ ਦੇ ਫਿਲਾਸਫੀ ਦਾ ਸਮਾਜਿਕ ਪੱਖ ਜਿਹੜਾ ਨਾ, ਉਹ ਉਹਨਾਂ ਨੇ ਬਹੁਤ ਡਿਟੇਲ ਦੇ ਵਿੱਚ ਨਹੀਂ ਲਿਖਿਆ। ਉਹ ਇਨਡਾਇਰੈਕਟਲੀ ਸਾਨੂੰ ਦੱਸ ਰਹੇ ਨੇ ਕਿ ਜਿਹੜਾ ਬੰਦਾ ਇਸ ਨਾਸ਼ਮਾਨ ਸੰਸਾਰ ਨੂੰ, ਇਸ ਸੁਪਨਮਈ ਸੰਸਾਰ ਦੀ ਸੁਪਨਮਈ ਅਵਸਥਾ ਨੂੰ ਪਹਿਚਾਣ ਲੈਂਦਾ ਹੈ, ਉਹਦੇ ਸਮਾਜਿਕ ਰਿਸ਼ਤੇ ਵੀ ਬਦਲ ਜਾਂਦੇ ਨੇ। ਤੇ ਇੱਕ ਸੂਤਰ ਉਹਨਾਂ ਨੇ ਸਪਸ਼ਟ ਰੂਪ ਵਿੱਚ ਸਾਨੂੰ ਦੱਸਿਆ ਕਿ ਜਿਹੜਾ ਗਾਈਡਿੰਗ ਪ੍ਰਿੰਸੀਪਲ ਬਣ ਜਾਂਦਾ। ਉਹ ਗਾਈਡਿੰਗ ਪ੍ਰਿੰਸੀਪਲ ਕੀ ਹੈ ਕਿ ਸਾਡੇ ਰਿਸ਼ਤੇ ਦੇ ਵਿੱਚ ਜਿਹੜਾ ਸੇਧ ਕਿਹੜੀ ਹੋਣੀ ਚਾਹੀਦੀ ਹੈ? ਉਹ ਕਹਿੰਦੇ ਨੇ ਕਿ ਭੈ ਕਾਹੂ ਕੋ ਦੇਤ ਨੈ। ਕੋਈ ਵੱਡੀ ਗੱਲ ਨਹੀਂ, ਛੋਟੀ ਜਿਹੀ ਗੱਲ ਹੈ, ਲੇਕਿਨ ਸੱਚ ਪੈਮਾਨ ਕਿ ਨਾ ਤਾਂ ਕਿਸੇ ਨੂੰ ਭੈ ਦਿਓ ਤੇ ਕਿਸੇ ਦਾ ਭੈ ਸਵੀਕਾਰ ਵੀ ਨਾ ਕਰੋ। ਲਾਸਟ ਮੈਂ ਥੋੜੀ ਜਿਹੀ ਗੱਲ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਸ਼ਹਾਦਤ ਬਾਰੇ ਵੀ ਮੈਂ ਥੋੜੀ ਜਿਹੀ ਗੱਲ ਆਪਣੇ ਐਂਗਲ ਤੋਂ ਕਰਨਾ ਚਾਹੁੰਦਾ। ਇੱਕ ਤਾਂ ਪ੍ਰਿੰਸੀਪਲ ਸਾਹਿਬ ਨੇ ਵੀ ਬਹੁਤ ਖੂਬਸੂਰਤ ਸ਼ਬਦਾਂ ਦੇ ਵਿੱਚ ਔਰ ਅੱਜ ਦੇ ਪ੍ਰਸੰਗ ਦੇ ਵਿੱਚ ਯੂਨੀਵਰਸਲ ਲੈਵਲ ਤੇ ਜਿਹੜਾ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੈ ਉਹਦੀ ਗੱਲ ਕੀਤੀ ਹੈ। ਦੇਖੋ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਸਭ ਤੋਂ ਪਹਿਲਾ ਜਿਹੜਾ ਸਰੋਤ ਹੈ ਨਾ, ਉਹ ਗੁਰੂ ਗੋਬਿੰਦ ਸਿੰਘ ਜੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਦੀ ਸ਼ਹਾਦਤ ਬਾਰੇ ਥੋੜ੍ਹੇ ਜਿਹੇ ਸ਼ਬਦਾਂ ਵਿੱਚ ਬਹੁਤ ਵੱਡੀ ਗੱਲ ਕਹੀ ਹੈ ਤੇ ਉਹ ਸਾਨੂੰ ਲੱਗਦਾ ਕਿ ਇਸ ਸ਼ਹਾਦਤ ਦਾ ਜਿਹੜਾ ਮੀਨਿੰਗ ਹੈ ਉਸ ਦੇ ਘੇਰੇ ਨੂੰ ਸਾਨੂੰ ਪਹਿਚਾਨਣ ਦੇ ਵਿੱਚ ਸਹਾਈ ਹੁੰਦਾ ਹੈ। ਉਹ ਕਹਿੰਦੇ ਨੇ ਕਿ ਤਿਲਕ ਜੰਜੂ ਰਾਖਾ ਪ੍ਰਭ ਤਾਕਾ,
कीनो बड़ो कलू मैं साका, तिलक जंजू राखा प्रभ ताका, कीनो बड़ो कलू मैं साका, साधन हेत इति जिन करी। साध मैंने साधा दे, साधन हेत इति जिन करी, शीस दिया पर सी ना उचरी। अगली लाइन बहुत इंपॉर्टेंट है कि धर्म हेत साका जिन किया, शीस दिया पर सिर न दिया। अगली लाइन देखो कि ठीकर फोर दिलीस सिर, उस दिल्ली पति बादशाह औरंगजेब दे दरवाजे दे ऊपर ठीकर फोर दिलीस सिर, प्रभु पर किया बयान, तेग बहादुर सी किरिया करी न किन्हू आन। तेग बहादुर के चलत भयो जगत को सोग, है सब जग भयो, जय 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 सुर लोग। ये गुरु गोबिंद सिंह जी अपने पिता गुरु तेग बहादुर जी की शहादत बारे जी गल कह रहे हैं, ये दोवें ही गल्लां ने। अज असीं कई वारी हुंदा है कि असीं अपने अज दे सरोकारां नूं लै के ना इतिहास नूं भुल जाने हैं, भुलाउण दीआं कोशिशां भी करदे हैं, लेकिन ये भुल्लणयोग गल नहीं हैगी। भुल्लणयोग गल किवें होएगी कि साडे सिख परंपरा दे विच पहली शहादत गुरु अर्जन देव जी की हुई, दूजी गुरु तेग बहादुर जी की हुई, फिर साहिबजादियां की हुई। ये शहादत लैण वाला कौन है, उसनूं भी तो कुछ कहना बनता है ना। असीं अपनी अपने गुरु साहबान की शहादत का गौरव समझते हैं और ये भी मनते हैं कि ये शहादत किसी एक फिरके लिए नहीं है, तो सी इतिहास एक होंदा यूनीवर्सल मीनिंग, एक होंदा हिस्टोरिकल मीनिंग। हिस्टोरिकल मीनिंग इतिहासक अर्थ ये है कि कश्मीरी पंडित ਜਿਹੜੇ ਮੁਗਲੀਆ ਜਿਹੜੇ ਰਿਲੀਜੀਅਸ ਇਨਟੋਲरेंस ਦੀ ਪਾਲਿਸੀ ਜਿਹੜੀ ਮੁਗਲੀਆ ਹਕੂਮਤ ਦੀ ਸੀ ਕਿ ਜਬਰੀ ਧਰਮ ਪਰਿਵਰਤਨ ਕਰਨਾ ਔਰ ਗਊ ਬ੍ਰਾਹਮਣ ਕੋ ਕਰ ਲਾਵੋ, ਔਰ ਇਹ ਸਾਰੀਆਂ ਜਿਹੜੀਆਂ ਜਿਹੜਾ ਆਪਣੇ ਤੋਂ ਉਲਟ ਹੈ ਉਸ ਨੂੰ ਕਿਸ ਤਰ੍ਹਾਂ 600 ਸਾਲ ਦਮਨ ਤੇ ਸ਼ੋਸ਼ਣ ਦੇ ਚੱਕਰ ਦੇ ਵਿੱਚ ਸਾਨੂੰ ਪਾਈ ਰੱਖਿਆ ਹੈ। ਸਾਡੇ ਇਤਿਹਾਸਕਾਰਾਂ ਨੇ ਉਹਨੂੰ ਪੋਚਾ ਪਾਚੀ ਕਰਕੇ ਥੋੜਾ ਜਿਹਾ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ, पर ये गल विचारन दी है कि गुरु तेग बहादुर जी की शहादत इतिहासक तौर पे एक तिलक जंजू की राखी ਲਈ भी है। पर तुसी देखो ਜਦੋਂ गुरु जी शहादत देने ਲਈ औरंगजेब के दरबार ਦੇ ਵਿੱਚ ਜਾਂਦੇ ਨੇ ਤੇ ਇਹ ਮਸਲਾ ਬਦਲ ਜਾਂਦਾ ਹੈ। ਹੁਣ ਸਿਰਫ ਤਿਲਕ ਜੰਜੂ ਦੇ ਰਾਖੇ ਹੋਣ ਦੀ ਗੱਲ ਨਹੀਂ ਰਹਿੰਦੀ, क्योंकि औरंगजेब ने तो गुरु जी के सामने एक कोई प्रपोजल रखी कि आइदर कन्वर्ट टू इस्लाम या मरन लिए तैयार हो जाओ। और उन्होंने नज़रां दे सामने भाई मतीदास, भाई सतीदास, भाई दयाला जिस जालमाना ढंग दे नाल उन्होंने कोह के मारिया गया, शहीद किया गया, गुरु तेग बहादुर जी नूं भयभीत करने लई ये भी तो साडे कोल है ना। इस दा तुसीं यूनीवर्सल मीनिंग की करोगे? ये विचारन वाली चीज़ है। ये विचारन वाली चीज़ ये है कि अज किसी भी बंदे नूं दूसरे दी आस्था दा दमन करन दा कोई अधिकार नहीं। मैं अगर अपनी आस्था के मुताबिक जिउना है, मेरा कोई अधिकार नहीं कि मैं दूसरे के उपर दमन करा, जबरी धर्म परिवर्तन करा, धार्मिक जिहड़ी असहनशीलता दे नाल दूसरे के उपर जुल्म करा। आई हैव नो राइट। इसे तरह दूजे बंदे नूं भी, किसी बंदे नूं भी कोई राइट नहीं, भावें कोई सिविलाइजेशन होवे, कोई धर्म होवे। ये एक अज दे समय असीं किसी धर्म का नाम नहीं लेना चाहते, गुरु साहबान ने तो लिया ही नहीं, तुसीं गुरु असीं तां, लेकिन फिर भी आत्म मंथन अज सारे धर्मां वालियां नूं करन दी लोड़ है, क्योंकि अज असीं मल्टी कल्चरल, मल्टी रिलीजियस, मल्टी लिंगुअल, मल्टीपल संसार दे विच रहने हैं। अज असीं अपने आप नूं उच्चा ते दूजे नूं नीवां मन के ते दूजे दे उपर जबरी जिहड़ी प्रोजलिटाइजिंग करके ये इंसाफ नहीं कर रहे होवांगे। इस करके जदों गुरु गोबिंद सिंह तुसीं देखो
ਕਿ ਇੰਨੀਆਂ ਸ਼ਹਾਦਤਾਂ ਤੋਂ ਬਾਅਦ ਜਦੋਂ ਔਰੰਗਜ਼ੇਬ ਨੂੰ ਉਹ ਜ਼ਫਰਨਾਮੇ ਦੇ ਰੂਪ ਵਿੱਚ ਆਪਣੀ ਇਹ ਚਿੱਠੀ ਲਿਖਦੇ ਨੇ ਤੇ ਉਹਦੇ ਚ ਉਹਨੂੰ ਇਹੀ ਕਹਿੰਦੇ ਨੇ ਕਿ ਤੂੰ शहनशाह औरंगजेब आलमीन के दाराए दौरस्त दूरस्त दीन, कि तू है औरंगजेब, तू आलम औरंगजेब आलमीन, तू आलम दा औरंगजेब है, शहनशाह है औरंग, और दाराए दौर, इस दौर का तू दारा है, मालक है, लेकिन दूरस्त दीन, पर तू दीन तो धर्म तो दूर है। मतलब गुरु गोबिंद सिंह औरंगजेब ਦੇ ਜ਼ੁਲਮਾਂ ਨੂੰ ਇਸ ਕਰਕੇ ਕੰਡੈਮ ਕਰ ਰਹੇ ਨੇ ਕਿ ਉਹਦਾ ਵਿਵਹਾਰ ਉਹਦੇ ਆਪਣੇ ਅਕੀਦੇ ਦੇ ਮੁਤਾਬਕ ਵੀ ਨਹੀਂ ਹੈਗਾ, ਕਿ ਮਤਲਬ ਹੈ ਕਿ ਉਹ ਤਾਂ ਇਹ ਹੈ ਕਿ ਨਾ ਈਮਾਨ ਪ੍ਰਸਤੀ ਨਾ ਔਜ਼ਾਏ ਦੀਨ, ਕਿ ਇਹ ਔਰੰਗਜ਼ੇਬ ਨਾ ਤੂੰ ਈਮਾਨ ਪ੍ਰਸਤੀ ਹੈ ਤੇਰੇ ਕੋਲ, ਨਾ ਔਜ਼ਾਏ ਦੀਨ, ਨਾ ਦੀਨ ਦੀ ਸੋਝੀ ਹੈ, ਨਾ ਸਾਹਿਬ ਸ਼ਨਾਸੀ, ਨਾ ਮੁਹੰਮਦ ਯਕੀਨ, ਤੈਨੂੰ ਤਾਂ ਮੁਹੰਮਦ ਦੇ ਉੱਪਰ ਵੀ ਯਕੀਨ ਨਹੀਂ। ਇਹ ਸਿੱਖ ਚਿੰਤਨ ਹੈ ਜਿਹਦੀ ਗੱਲ ਪ੍ਰਿੰਸੀਪਲ ਸਾਹਿਬ ਵੀ ਕਰ ਰਹੇ ਸਨ, ਤਰਨਜੀਤ ਨੇ ਵੀ ਕੀਤੀ ਹੈ, ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਇੱਕ ਇਤਿਹਾਸਕ ਸੱਚ ਹੈ, ਉਹ ਵੀ ਭੁੱਲਣ ਵਾਲਾ ਨਹੀਂ, ਔਰ ਇੱਕ ਉਹਦਾ ਯੂਨੀਵਰਸਲ ਮੀਨਿੰਗ ਹੈ। ਇਤਿਹਾਸਕ ਸੱਚ ਇਹ ਹੈ ਕਿ ਤਿਲਕ ਜੰਜੂ ਦੇ ਲਈ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ, ਲੇਕਿਨ ਉਹ ਹਿੰਦ ਦੀ ਚਾਦਰ ਵੀ ਨੇ ਤੇ ਸ੍ਰਿਸ਼ਟੀ ਦੀ ਚਾਦਰ ਵੀ ਨੇ। ਹਿੰਦ ਨੂੰ ਇਨਟੋਲਰੈਂਸ ਤੋਂ ਬਚਾਉਣਾ ਇਹ ਉਹਨਾਂ ਦਾ ਇਤਿਹਾਸਕ ਯੋਗਦਾਨ ਹੈ। ਇੱਕ ਵੱਡੀ ਗੱਲ, ਇਹ ਛੋਟੀ ਗੱਲ ਨਹੀਂ, ਕਿ ਇੱਕ ਜ਼ਾਲਮਾਨਾ ਪ੍ਰਬੰਧ ਜਿਹੜਾ ਹਮਲੇ ਦੇ ਰੂਪ ਵਿੱਚ ਸਾਡੇ ਦੇਸ਼ ਵਿੱਚ ਆਇਆ, ਹਜ਼ਾਰਾਂ ਸਾਲਾਂ ਤੱਕ ਸਾਡੇ ਗੁਰੂ ਸਾਹਿਬਾਨ ਦੇ ਨਾਲ ਉਹਨਾਂ ਦਾ ਟਕਰਾਓ ਰਿਹਾ, ਔਰ ਉਹਨਾਂ ਦੀ ਜਿਹੜੇ ਮਾਨਵ ਦੇ ਆਸਥਾ ਵਾਲੇ ਰਿਸ਼ਤੇ ਨੇ ਉਹਨਾਂ ਨੇ ਮਤਲਬ ਹੈ ਕਿ ਤੋੜਿਆ। ਉਸ ਗੱਲ ਨੂੰ ਅੱਜ ਸਾਨੂੰ ਲੈ ਕੇ ਸਬਕ ਸਿੱਖਣ ਦੀ ਲੋੜ ਹੈ, ਵੀ ਤਾਂ ਕਿ ਅਸੀਂ ਉਹ ਗਲਤੀਆਂ ਨਾ ਕਰੀਏ ਜਿਹੜੀਆਂ ਸਾਡੇ ਉਸ ਜ਼ਾਲਮਾਨਾ ਪ੍ਰਬੰਧ ਦੇ ਵਿੱਚ ਹੋਈਆਂ ਨੇ, ਤੇ ਅਸੀਂ ਆਪਣੇ ਆਮ ਲੋਕਾਂ ਨੂੰ ਉਹ ਚੇਤਨਾ ਦਈਏ ਕਿ ਆਪਣੇ ਆਸਥਾ ਦੇ ਵਿੱਚ ਜਿਉਣ ਦਾ ਸਾਡਾ ਓਨਾ ਹੀ ਹੱਕ ਹੈ ਜਿੰਨਾ ਦੂਸਰੇ ਨੂੰ ਹੈ। ਦੂਸਰੇ ਨੂੰ ਪੈ ਕਾਹੂ ਕੋ ਦੇਤ ਨਹਿ ਪੈ ਮਾਨਤ, ਇਸ ਤੋਂ ਵੱਡੀ ਸਿੱਖਿਆ ਹੋਰ ਕੀ ਹੋ ਸਕਦੀ ਹੈ। ਅੱਜ ਮੈਂ ਸਮਝਦਾ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਅਸੀਂ ਅਗਰ ਉਹਨਾਂ ਦੀ ਬਾਣੀ ਦੇ ਰਾਹੀਂ ਔਰ ਉਹਨਾਂ ਦੇ ਜੀਵਨ ਦਰਸ਼ਨ ਦੇ ਰਾਹੀਂ ਸਮਝੀਏ ਤਾਂ ਅੱਜ ਦੇ ਬੰਦੇ ਨੂੰ, ਭਾਰਤ ਨੂੰ ਤੇ ਵਿਸ਼ਵ ਨੂੰ ਉਹਨਾਂ ਦੇ ਇਹ ਹਿਊਮਨ ਰਾਈਟਸ ਦਾ ਜਿਹੜਾ ਪ੍ਰੋਟੈਕਸ਼ਨ ਦਾ ਜਿਹੜਾ ਉਹਨਾਂ ਦਾ ਸੰਦੇਸ਼ ਹੈ ਉਹ ਬਹੁਤ ਕੁਝ ਸਾਨੂੰ ਸਿਖਾਉਂਦਾ ਹੈ। ਅੱਜ ਇੰਨੀਆਂ ਗੱਲਾਂ ਕਾਫੀ ਨੇ। ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ। ਮੇਰੀਆਂ ਇੱਧਰ ਦੀਆਂ ਗੱਲਾਂ ਸੁਣ ਲਈਆਂ ਤੁਸੀਂ, ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਪਿਓ ਦਾਦੇ ਦਾ ਖੋਲ ਡੇਟਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਧਾਨਾ। ਬਹੁਤ ਬਹੁਤ ਧੰਨਵਾਦ ਸਰ, ਤੁਸੀਂ ਇੰਨੀਆਂ ਗੁੱਝੀਆਂ ਰਮਜ਼ਾਂ, ਗੁਰਬਾਣੀ ਦੇ ਸਿਧਾਂਤਕ ਪਹਿਲੂ, ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ ਦਾਰਸ਼ਨਿਕ ਸਮਾਜਿਕ ਪੱਖਾਂ ਨੂੰ ਬਹੁਤ ਸਰਲ ਤਰੀਕੇ ਨਾਲ ਸਾਡੇ ਵਿਦਿਆਰਥੀਆਂ ਨੂੰ ਸਮਝਾਇਆ, ਸਾਨੂੰ ਸਮਝਾਇਆ। ਤੇ ਹੁਣ ਮੈਂ ਇੱਕ ਵਾਰੀ ਵਿਦਿਆਰਥੀਆਂ ਨੂੰ ਜਾਂ ਸਰੋਤਿਆਂ ਨੂੰ ਪੁੱਛਣਾ ਚਾਹਾਂਗੀ, ਅਗਰ ਉਹਨਾਂ ਦਾ ਕੋਈ ਸਵਾਲ ਹੈ ਤੇ ਉਹ ਸਰ ਨੂੰ ਪੁੱਛ ਸਕਦੇ ਹੈ। ਸਤਿ ਸ਼੍ਰੀ ਅਕਾਲ ਸਰ, ਮੈਂ ਅੰਗਦ ਸਿੰਘ ਪੰਜਾਬੀ ਉਹਨਾਂ ਥਰਡ ਈਅਰ ਦਾ ਵਿਦਿਆਰਥੀ ਹਾਂ ਜੀ। ਤੇ ਤੁਸੀਂ ਕਿਹਾ ਨਾ ਹਲੇ ਕਿ ਵਰਲਡ ਨੂੰ ਤਿਆਗਣਾ, ਵਰਲਡਨੈਸ ਤਿਆਗਣੀ ਹੈ, ਜਾਂ ਸੰਸਾਰ ਨੂੰ ਨਹੀਂ ਤਿਆਗਣਾ, ਸੰਸਾਰਿਕਤਾ ਨੂੰ ਤਿਆਗਣਾ ਹੈ। ਸਰ ਇਸ ਨੂੰ ਥੋੜਾ ਜਿਹਾ ਦੱਸਣਾ। ਉਹਦਾ ਮਤਲਬ ਇਹ ਹੁੰਦਾ ਹੈ ਕਿ ਅਸੀਂ ਦੇਖੋ ਨਾ, ਜ਼ਿੰਦਗੀ ਜਿਉਣ ਦੇ ਵਿੱਚ ਜਿਹੜਾ ਸਾਡਾ ਲਾਈਫ ਸਟਾਈਲ ਕੀ ਹੈ, ਸਾਨੂੰ ਜੀਵਨ ਸ਼ੈਲੀ ਕਿਹੜੀ ਅਪਣਾਉਣੀ ਚਾਹੀਦੀ ਹੈ, ਉਹ ਇਸ ਤਰ੍ਹਾਂ ਗੁਰੂ ਸਾਹਿਬਾਨ ਤੇ ਇਹ ਕਹਿੰਦੇ ਨੇ ਕਿ ਦੁਨੀਆ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮਾੜੀਆਂ ਨਹੀਂ ਹੈਗੀਆਂ, ਲੇਕਿਨ ਉਹਨਾਂ ਨੂੰ ਵਰਤੋਂ ਵਿੱਚ ਲਿਆਉਣ ਦਾ ਇੱਕ ਤਰੀਕਾ ਹੁੰਦਾ ਹੈ। ਤਰੀਕਾ ਇੱਕ ਤਾਂ ਹੁੰਦਾ ਵੀ ਉਹਨਾਂ ਚੀਜ਼ਾਂ ਦੀ ਜਿਹੜੀ ਚਮਕ ਦਮਕ ਦੇ ਵਿੱਚ, ਔਰ ਉਹਨਾਂ ਮਤਲਬ ਤੁਸੀਂ ਆਪਣੇ ਆਪ ਨੂੰ ਕੀ ਬਣਾਉਣਾ। ਮੈਂ ਅੱਜ ਦੇ ਮੁਹਾਵਰੇ 'ਚ ਅਗਰ ਸਮਝਾਉਣਾ ਚਾਹਾਂ ਤਾਂ ਮੈਂ ਕਹਾਂਗਾ ਕਿ ਜਿਹੜਾ ਸਾਨੂੰ ਚੀਜ਼ਾਂ ਨਾਲ ਰਿਸ਼ਤਾ ਉਪਭੋਗਤਾ ਵਾਲਾ ਨਹੀਂ ਰੱਖਣਾ ਚਾਹੀਦਾ। ਅਸੀਂ ਕੰਜ਼ਿਊਮਰ ਸਬਜੈਕਟ ਨਾ ਬਣ ਜਾਈਏ। ਹੁਣ ਜਿਹੜੀਆਂ ਮਤਲਬ ਮਲਟੀਨੈਸ਼ਨਲ ਕਾਰਪੋਰੇਸ਼ਨਸ ਨੇ ਨਾ, ਉਹਨਾਂ ਦੀ ਆਈਡੀਓਲੋਜੀ ਕੀ ਹੈ, ਉਹ ਤਾਂ ਜੋ ਸਮਾਨ ਵੇਚਣਾ ਚਾਹੁੰਦੀਆਂ ਨੇ। ਮੰਡੀ, ਮੀਡੀਆ ਤੇ ਜਿਹੜਾ ਮੁਨਾਫਾ, ਇਹ ਉਹਨਾਂ ਦਾ ਮਕਸਦ ਹੈ।
ਲੇਕਿਨ ਉਹ ਕੀ ਕਰਦੀਆਂ ਨੇ, ਉਹ ਸਾਨੂੰ ਵਰਲਡਲੀਨੈਸ ਨਾਲ ਜੋੜ ਰਹੀਆਂ ਨੇ। ਉਹ ਸੰਸਾਰ ਦੇ ਜਿਹੜੇ ਚਮਕ ਦਮਕ ਵਾਲੇ ਪਦਾਰਥ ਨੇ ਉਹਨਾਂ ਦਾ ਇੱਕ ਭੁਲੇਵਾਂ ਉਸਾਰ ਕੇ ਸਾਨੂੰ ਉਹਦੀ ਦੌੜ ਦੇ ਪਿੱਛੇ ਪਾ ਦਿੰਦੇ ਨੇ। ਅੱਜ ਸਾਡੇ ਕੋਲ ਅੱਜ ਕਾਰ ਹੈ ਨਾ, ਉਹ ਕਹਿੰਦੇ ਇਹ ਤਾਂ ਪੁਰਾਣੀ ਹੋ ਗਈ। ਮੋਬਾਈਲ ਦੇਖ ਲਓ ਤੁਸੀਂ, ਮੋਬਾਈਲ ਤੁਸੀਂ ਹਰ ਵਕਤ ਤੁਸੀਂ ਦੇਖੋ ਐਡ ਦੇ ਵਿੱਚ ਵੀ ਇਹ ਤਾਂ ਪੁਰਾਣਾ ਹੋ ਗਿਆ, ਜਿਹਦਾ ਅਪਡੇਟਡ ਹੁਣ ਵੀ ਐਪਲ ਜਿਹੜਾ ਨਾ ਉਹ 11 ਸੀ, ਹੁਣ 12 ਆ ਗਿਆ, ਉਹ ਲਓ। ਹੁਣ ਲੱਖਾਂ ਰੁਪਏ ਤੁਹਾਡੀ ਜੇਬ ਚੋਂ ਕੱਢ ਲੈਂਦੇ ਨੇ, ਲੇਕਿਨ ਇਹ ਨਿਕਲਦੇ ਕਿਹਦੀ ਜੇਬ ਚੋਂ ਨੇ? ਜਿਹੜਾ ਸੰਸਾਰ ਦੀਆਂ ਚੀਜ਼ਾਂ ਨਾਲ ਡਿਸਟੈਂਸ ਦਾ ਰਿਲੇਸ਼ਨ ਨਹੀਂ ਪਾਉਂਦਾ, ਉਹ ਸਮਝਦਾ ਵੀ ਇਹ ਚੀਜ਼ਾਂ ਦੇ ਵਿੱਚ ਹੀ ਉਹਨੂੰ ਆਨੰਦ ਮਿਲਦਾ। ਤੁਸੀਂ ਮਤਲਬ ਗੁਰੂ ਨਾਨਕ ਦੇਵ ਜੀ ਦੀ ਉਹ ਗੱਲ ਮੈਨੂੰ ਯਾਦ ਆਉਂਦੀ ਹੈ ਕਿ ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰੀ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ। ਸਾਰੀਆਂ ਜਿਹੜੀਆਂ ਵਿਲਾਸ ਦੀਆਂ ਚੀਜ਼ਾਂ ਨੇ ਨਾ, ਕਿ ਉਹ ਤੁਹਾਡੇ ਕੋਲ ਹੋਣ, ਲੇਕਿਨ ਉਹ ਅਖੀਰ ਤੇ ਕਹਿੰਦੇ ਨੇ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾ। ਇਹ ਜੀਵਨ ਜਾਚ ਹੈ। ਇਹੀ ਤੁਹਾਡਾ ਜਿਹੜਾ ਸਵਾਲ ਬਹੁਤ ਵਧੀਆ ਲੱਗਿਆ ਮੈਨੂੰ, ਕਿ ਸੰਸਾਰ ਦੀ ਸੰਸਾਰਿਕਤਾ ਦਾ ਤਿਆਗ ਕਰਨ ਦਾ ਮਤਲਬ ਹੈ ਕਿ ਅਸੀਂ ਆਪਣੇ ਆਪ ਨੂੰ ਕੰਜ਼ਿਊਮਰ ਸਬਜੈਕਟ ਬਣਨ ਤੋਂ ਰੋਕੀਏ। ਅਸੀਂ ਇੱਕ ਚੇਤਨ ਸਬਜੈਕਟ ਬਣੀਏ, ਇੱਕ ਐਸੇ ਵਿਅਕਤੀ ਬਣੀਏ ਜਿਹੜਾ ਸੁਤੰਤਰ ਹੈ। ਪੰਜਾਬੀ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾਕਟਰ ਮਨਜੀਤ ਕੌਰ ਜੀ ਨੂੰ ਗੁਜ਼ਾਰਿਸ਼ ਕਰਾਂਗੀ ਕਿ ਉਹ ਸਾਡੇ ਮੁੱਖ ਮਹਿਮਾਨ ਤੇ ਸਰੋਤਿਆਂ ਦਾ ਧੰਨਵਾਦ ਕਰਨ। ਮੈਮ ਤੁਸੀਂ ਮਿਊਟ ਹੋ। ਮੈਮ ਤੁਸੀਂ ਮਿਊਟ ਹੋ। ਸਤਿਕਾਰਯੋਗ ਪ੍ਰਿੰਸੀਪਲ ਸਰ। ਸਤਿ ਸ਼੍ਰੀ ਅਕਾਲ ਮਨਜੀਤ। ਸਤਿ ਸ਼੍ਰੀ ਅਕਾਲ ਮਨਜੀਤ, ਸਤਿ ਸ਼੍ਰੀ ਅਕਾਲ। ਚੰਗਾ ਲੱਗਿਆ ਤੈਨੂੰ ਦੇਖ ਕੇ ਦੁਬਾਰਾ। ਥੈਂਕ ਯੂ ਸਰ, ਥੈਂਕ ਯੂ। ਅੱਜ ਦੇ ਮੁੱਖ ਵਕਤਾ ਤੇ ਮੇਰੇ ਗੁਰੂ ਪ੍ਰੋਫੈਸਰ ਜਗਬੀਰ ਸਿੰਘ, ਮੇਰੇ ਸਾਥੀ ਤੇ ਵਿਦਿਆਰਥੀ। ਜਿਵੇਂ ਤੁਸੀਂ ਜਾਣਦੇ ਹੋ, ਸਾਡਾ ਅੱਜ ਦਾ ਜਿਹੜਾ ਵੈਬੀਨਾਰ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਤੇ ਜਦੋਂ ਅਸੀਂ ਤੇਗ ਬਹਾਦਰ ਸਾਹਿਬ ਬਾਣੀ ਦੀ ਗੱਲ ਕਰਦੇ ਹਾਂ, ਤੇ ਇਹ ਗੱਲ ਜਿਹੜੀ ਕਹੀ ਜਾ ਸਕਦੀ ਹੈ ਕਿ ਉਹਨਾਂ ਦੀ ਬਾਣੀ ਦਾ ਆਧਾਰ ਜਿਹੜਾ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਨ ਦਾ ਹੈ। ਉਹਨਾਂ ਦੀ ਬਾਣੀ ਨੂੰ ਅਸੀਂ ਦੇਸ਼ ਜਾਂ ਕਿਸੇ ਹੱਦਬੰਦੀ ਵਿੱਚ ਸੀਮਿਤ ਨਹੀਂ ਕਰ ਸਕਦੇ। ਇਸੇ ਲਈ ਅਸੀਂ ਉਹਨਾਂ ਨੂੰ ਹਿੰਦ ਦੀ ਚਾਦਰ ਜਾਂ ਦੀ ਚਾਦਰ ਵੀ ਕਿਹਾ ਹੈ। ਗੁਰੂ ਸਾਹਿਬ ਨੇ ਕਰਮ ਅਤੇ ਧਰਮ ਦਾ ਜਿਹੜਾ ਪ੍ਰਤੱਖ ਰੂਪ ਹੈ ਉਹ ਅੱਜ ਕਲਯੁਗ ਵਿੱਚ ਜਿਹੜਾ ਉਹਨਾਂ ਨੇ ਪ੍ਰਗਟ ਕੀਤਾ, ਅਤੇ ਧਰਮ ਦਾ ਜਿਹੜਾ ਅਸਲੀ ਮਾਰਗ ਜਿਹੜਾ ਉਹ ਸਾਨੂੰ ਦੱਸਿਆ। ਗੁਰੂ ਸਾਹਿਬ ਦੀ ਬਾਣੀ ਵਿੱਚ ਕਈ ਜਿਹੜੀਆਂ ਅੰਤਰ ਦ੍ਰਿਸ਼ਟੀਆਂ ਹਨ ਜੋ ਮਾਨਵਤਾ ਦੇ ਲਈ ਪ੍ਰੇਰਣਾ ਦਾ ਸਰੋਤ ਕਹੀਆਂ ਜਾ ਸਕਦੀਆਂ ਹਨ। ਅੱਜ ਅਸੀਂ ਜਿਹੜੇ ਸਮਾਜ ਵਿੱਚ ਵਿਚਰ ਰਹੇ ਹਾਂ, ਜਿਵੇਂ ਕਿ ਪ੍ਰੋਫੈਸਰ ਸਾਹਿਬ ਨੇ ਕਿਹਾ ਕਿ ਉਹ ਮਲਟੀ ਕਲਚਰਲ, ਮਲਟੀ ਲਿੰਗੁਅਲ ਅਤੇ ਮਲਟੀ ਰਿਲੀਜੀਅਸ ਹੈ। ਉਸ ਵਿੱਚ ਜਦ ਅਸੀਂ ਪੀਸਫੁਲ ਕੋਐਗਜ਼ਿਸਟੈਂਸ ਦੀ ਗੱਲ ਕਰਦੇ ਹਾਂ ਤੇ ਸਾਨੂੰ ਆਤਮ ਮੰਥਨ ਕਰਨ ਦੀ ਲੋੜ ਹੈ। ਗੁਰੂ ਸਾਹਿਬ ਦੀ ਬਾਣੀ ਗਿਆਨ ਦਾ ਇੱਕ ਇਹੋ ਜਿਹੀ ਵਿਰਾਸਤ ਹੈ ਜਿਸ ਤੇ ਸਾਡੀ ਪੂਰੀ ਲੋਕਾਈ ਨੂੰ ਮਾਣ ਹੈ। ਇਹ ਇੱਕ ਇਹੋ ਜਿਹਾ ਗਿਆਨ ਹੈ ਜਿਹੜਾ ਮਨੁੱਖ ਨੂੰ ਲਿਬਰੇਟ ਕਰਦਾ ਹੈ, ਉਸਦੀ ਜੀਵਨ ਸ਼ੈਲੀ ਵਿੱਚ ਤਬਦੀਲੀ ਲਿਆਉਂਦਾ ਹੈ। ਅੱਜ ਲੋੜ ਹੈ ਕਿ ਅਸੀਂ ਇਸ ਗਿਆਨ ਦਾ ਚਿੰਤਨ ਕਰੀਏ, ਮਨਨ ਕਰੀਏ ਤੇ ਉਸ ਨੂੰ ਗ੍ਰਹਿਣ ਕਰੀਏ। ਹੋਰ ਬਹੁਤ ਸਾਰੀਆਂ ਗੱਲਾਂ ਡਾਕਟਰ ਸਾਹਿਬ ਨੇ ਕੀਤੀਆਂ। ਉਹਨਾਂ ਨੇ ਇਸ ਨੂੰ ਅਦੁੱਤੀ ਬਾਣੀ ਕਿਹਾ, ਟਰਾਂਸਫਰਮੇਸ਼ਨ ਦੀ ਗੱਲ, ਔਰ ਇਹ ਜਿਹੜੀ ਟਰਾਂਸਫਰਮੇਸ਼ਨ ਤਿਆਗਮਲ ਤੋਂ ਗੁਰੂ ਤੇਗ ਬਹਾਦਰ ਤੱਕ ਦੀ ਟਰਾਂਸਫਰਮੇਸ਼ਨ ਸੀ, ਜਾਂ ਜਿਹੜਾ ਬਾਣੀ ਦਾ ਜਿਹੜਾ ਅਹਿਮ ਪੱਖ ਜਿਹੜਾ ਵਿਰਾਗ ਦੇ ਨਾਲ ਹੈ ਜੁੜਿਆ ਹੋਇਆ, ਉਸ ਵਿਰਾਗ ਦੇ ਕਨਸੈਪਟ ਵਿੱਚ ਕਿਹੜੀ ਦ੍ਰਿਸ਼ਟੀ ਨਾਲ ਦੇਖਦੇ ਹਾਂ, ਇਹ ਸਾਰੀਆਂ ਗੱਲਾਂ ਜਿਹੜੀਆਂ ਪ੍ਰੋਫੈਸਰ ਸਾਹਿਬ ਨੇ ਅੱਜ ਕੀਤੀਆਂ, ਜਾਂ ਉਹਨਾਂ ਦੀ ਬਾਣੀ ਦੇ ਜਿਹੜੇ 3 ਪੱਖ ਕੋਸਮਿਕ ਡਾਇਮੈਂਸ਼ਨਸ, ਐਂਥਰੋਪੋਲੋਜੀ ਅਤੇ ਸਮਾਜਿਕ ਪੱਖ ਦੀ ਗੱਲ ਕੀਤੀ। ਮਨ ਸੀਗਾ ਤੇ ਮੈਂ ਆਪਣੇ ਗੁਰੂ ਗੋਬਿੰਦ ਸਿੰਘ ਪਰਿਵਾਰ ਦੁਆਰਾ ਚਾਹੁੰਦੀ ਹਾਂ, ਉਹ ਮੈਂ ਤੁਹਾਨੂੰ ਵਧਾਈ ਦੇਣਾ ਚਾਹੁੰਦੀ ਹਾਂ ਕਿ ਸਾਡਾ ਦਿੱਲੀ ਸਕੂਲ ਆਫ ਕ੍ਰਿਟਿਸਿਜ਼ਮ ਜਿਹੜਾ ਸੀ ਉਹਨੇ ਉੱਥੇ ਰਿਪਰੈਜ਼ੈਂਟ ਕਰਦੇ ਵਧਾਈ ਦੇ ਪਾਤਰ ਹੋ।
ਅਤੇ ਹੁਣ ਮੈਂ ਰਸਮੀ ਧੰਨਵਾਦ ਵੀ ਕਰਦੇ ਹਾਂ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਾਡੇ ਲਈ ਸਮਾਂ ਕੱਢਿਆ ਤੇ ਵੈਬੀਨਾਰ ਵਿੱਚ ਸ਼ਿਰਕਤ ਕੀਤੀ। ਅਗਲਾ ਧੰਨਵਾਦ ਮੈਂ ਆਪਣੇ ਪ੍ਰਿੰਸੀਪਲ ਜਿਹੜੇ ਸਾਡੇ ਗਾਈਡਿੰਗ ਫੋਰਸ ਨੇ, ਜਿਹੜੇ ਸਾਨੂੰ ਸਮੇਂ ਕੁਝ ਹਲੂਣਾ ਦਿੰਦੇ ਰਹਿੰਦੇ ਨੇ, ਕੁਝ ਕਰੋ, ਔਰ ਜਿਨ੍ਹਾਂ ਦੀ ਰਹਿਨੁਮਾਈ ਤੇ ਅਗਵਾਈ ਸਦਕਾ ਅਸੀਂ ਇਹ ਜਿਹੜਾ ਵੈਬੀਨਾਰ ਕਰ ਸਕੇ ਹਾਂ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਪਣੇ ਸਹਿਯੋਗੀਆਂ ਦਾ ਧੰਨਵਾਦ, ਔਰ ਸਭ ਤੋਂ ਵੱਡਾ ਧੰਨਵਾਦ ਵਿਦਿਆਰਥੀਆਂ ਦਾ ਜਿਨ੍ਹਾਂ ਨੇ ਵੈਬੀਨਾਰ 'ਚ ਸ਼ਿਰਕਤ ਕੀਤੀ। ਔਰ ਮੈਨੂੰ ਆਸ ਹੈ ਕਿ ਉਹਨਾਂ ਨੇ ਜ਼ਰੂਰ ਖਜ਼ਾਨੇ ਵਿੱਚੋਂ ਕੋਈ ਨਾ ਕੋਈ ਮੋਤੀ ਲੱਭਿਆ ਹੋਏਗਾ। ਔਰ ਮੈਂ ਡਾਕਟਰ ਸਾਹਿਬ ਨਾਲ ਵਾਅਦਾ ਕਰਦੇ ਹਾਂ ਕਿ ਅਸੀਂ ਦੁਬਾਰਾ ਫੇਰ ਇੱਕ ਵੈਬੀਨਾਰ ਕਰਾਂਗੇ ਜਿਹਦੇ ਵਿੱਚ ਅਸੀਂ ਹੋਰ ਡਿਟੇਲ ਨਾਲ ਬਾਣੀ ਦੀਆਂ ਗੱਲਾਂ ਸਰਲਤਾ ਨਾਲ ਸਿੱਖ ਸਕੀਏ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮਨਜੀਤ, ਔਰ ਸਾਰੇ ਮੇਰੇ ਪਿਆਰੇ ਸਨੇਹਸ਼ੀਲ ਵਿਦਿਆਰਥੀਆਂ ਦਾ, ਜਿਹੜੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਕਿ ਤੁਸੀਂ ਇਸ ਕਾਲਜ 'ਚ ਪੜ੍ਹਾ ਰਹੇ ਹੋ, ਚੰਗਾ ਲੱਗ ਰਿਹਾ ਸਾਰਿਆਂ ਦਾ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸਰ, ਬਹੁਤ ਅੱਛਾ ਲੱਗਾ ਤੁਹਾਨੂੰ ਇੰਨੇ ਦੇਰ ਬਾਅਦ ਸੁਣ ਕੇ। ਮੈਨੂੰ ਆਪਣੀ ਐਮਏ ਦੀ ਕਲਾਸ ਥੈਂਕ ਯੂ। ਸਰ ਨੇ ਚਾਉਮੀਨ ਵੀ ਖਿਲਾਣੀ ਤੇ ਨਾਲ ਨਾਲ ਪੜਾਣਾ ਵੀ ਸਾਨੂੰ ਪੇੜ ਦੇ ਥੱਲੇ। ਉਹ ਯਾਦ ਸਰ, ਬਹੁਤ ਬਹੁਤ ਧੰਨਵਾਦ। ਥੈਂਕ ਯੂ थैंक यू सो मच सर, बहुत बहुत धन्यवाद सर। थैंक यू बेटा, थैंक यू सर। सत श्री अकाल। दीपा, की हाल है तेरा? सर मैं बिल्कुल ठीक हाँ। ठीक है, ठीक हो? सारे ही चंगे लगते मैनू, बहुत सारे। तरविंदर, दीपा, ਮਨਜੀਤ ਆਫ ਕੋਰਸ। ਸਰ ਮੈਨੂੰ ਪਛਾਣ ਲਿਆ ਤੁਸੀਂ? ਹਾਂ, ਵੈਰੀ ਗੁੱਡ। ਹਾਂ, ਮੈਨੂੰ ਪਛਾਣ ਲਿਆ ਤੁਸੀਂ? ਮੈਨੂੰ ਲੱਗਦਾ ਤੁਹਾਡਾ ਕੀ ਭੁਪਿੰਦਰ ਸਿੰਘ? ਹਾਂਜੀ।